दिता है तेरे लेखे वे मैं जदों दा तन मन ला दिता है तेरे लेखे वे मैनू अपने आप च ढोला पैंदे तेरे भुलेखे वे मैनू अपने आप च ढोला पैंदे तेरे भुलेखे वे ढोला रेशमी सुपने देखे वे मैनू अपने आप च ढोला पैंदे तेरे भुलेखे वे मैनू अपने आप च ढोला पैंदे तेरे भुलेखे वे मैं जदों दा तन मन ला दिता है तेरे लेखे वे मैनू अपने आप च ढोला पैंदे तेरे भुलेखे वे मैं कदों तो कर दिया प्यार के मैनू होश नहीं जे कर दिया तैनू प्यार के मेरा दोष नहीं मैं कदों तो कर दिया प्यार के मैनू होश नहीं जे कर दिया तैनू प्यार के मेरा दोष नहीं तू रुसिया गया मेरे रेशमी सुपने देखे वे मैनू अपने आप च ढोला पैंदे तेरे भुलेखे वे मैनू अपने आप च ढोला पैंदे तेरे भुलेखे वे ढोला ढोला लोग उन्होंने नाम जानते हैं तो मेरी मुराद साढ़े बहुत ही सत्कारयोग कहानीकार सरदार दर्शन सिंह जी जोगा तो दर्शन जोगा के नाम नाल जिहड़े जाने जाते हैं रिटायर्ड SDO ने जी मैं दर्शन जोगा जी बेनती करांगी कि वो स्टेज ते आउण ते अपने विचार साडे नाल साझे करन। दर्शन जोगा जी। अज दे इस खूबसूरत विदायगी समारोह दे विच शामिल होइयां साडियां बहुत ही सत्कार शख्सियतां जसपाल दे स्कूल दे सत्कार प्रिंसीपल ते साडी भैन जसपाल दे सारे ही पेके ते सहुरे परिवार वालों आए सत्कार रिश्तेदार ते मेरे पिंड दे विचों इन्हां दे परिवार नाल संबंध रखण वाले सारे ही सत्कार दोस्त ते इन्हां दे स्कूल दा स्टाफ ते इन्हां दे विभाग दे सारे ही टीचर साहिबान ते इत्थे मानसा रहिंदे होए इन्हां दे परिवार दे नाल जिन्ना संबंध रखण वाले लोग इत्थे पहुंचे है। मैं सारिआं नूं दिली मुबारकबाद कहना ते तुहाडा सारिआं दा इत्थे आउण वास्ते जी आइआं जी कहना मैं तुहानूं। एक मेरी बेनती है कि पिछे खाण पीण का प्रबंध बहुत सोहना है पर खड़का तड़का ज़्यादा है
ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਘੰਟਾ ਅੱਧਾ ਘੰਟੇ ਦਾ ਹੀ ਕੰਮ ਹੈ, ਥੋੜਾ ਜਿਹਾ ਇਹਨੂੰ ਸੰਕੋਚ ਕਰ ਲੈਣ, ਹੈ ਨਾ। ਜਦੋਂ ਮੈਂ ਕੁਝ ਐਸੇ ਵੀ ਸੰਬੰਧ ਹੁੰਦੇ ਨੇ ਜਿਹੜੇ ਉਹਨਾਂ ਤੋਂ ਵੀ ਪਾਰ ਚਲੇ ਜਾਂਦੇ। ਜਸਪਾਲ ਬਾਰੇ ਮੈਂ ਇਸੇ ਤਰ੍ਹਾਂ ਹੀ ਸੋਚਦਾ। 78-79 ਦੇ ਵਿੱਚ ਮੈਂ ਇੱਥੇ ਜਾਂਦਾ ਤੇ ਮੈਨੂੰ ਮਾਣ ਹੁੰਦਾ ਕਿ ਮੇਰੇ ਪਿੰਡ ਦੀਆਂ ਇੰਨੀਆਂ ਚੰਗੀਆਂ ਕੁੜੀਆਂ ਇੰਨੀਆਂ ਮਿਹਨਤ ਕਰਦੀਆਂ ਨੇ। ਇਹ ਮੈਂ ਗੱਲ ਕਹਿਣ ਵਾਸਤੇ ਨਹੀਂ ਕਹਿੰਦਾ, ਇਹ ਵਾਕਈ ਇੱਕ ਜਸਪਾਲ ਨੇ ਬਹੁਤ ਇਸ ਪਰਿਵਾਰ ਦੇ ਵਿੱਚੋਂ ਮੇਰਾ ਖਿਆਲ ਹੈ ਜਸਪਾਲ ਤੋਂ ਪਹਿਲਾਂ ਪੜ੍ਹਿਆ ਨਹੀਂ ਸੀ। ਦੂਸਰੀ ਗੱਲ ਜੇ ਪੜ੍ਹਿਆ ਵੀ ਸੀ, ਕੋਈ ਮੇਲ ਪਰਸਨ ਪੜ੍ਹਿਆ ਸੀ, ਲੜਕੀਆਂ ਨਹੀਂ ਪੜ੍ਹੀਆਂ ਸੀ। ਲੜਕੀਆਂ ਨੂੰ ਪੜ੍ਹਾਉਣਾ ਵੀ ਫਰਕ ਕਰਦੇ ਬਲਬੂਤੇ ਦੇ ਉੱਤੇ ਆਪਣੇ ਨਾਲ ਸਹਿਮਤ ਕਰ ਲਵਾਂਗਾ ਤਾਂ ਉਸੇ ਤਰ੍ਹਾਂ ਤੇ ਮੈਂ ਵੀ ਪਿੰਡੋਂ ਇੱਥੇ ਆਪਣਾ ਘਰ ਬਣਾ ਲਿਆ ਤੇ ਇੱਥੇ ਮੈਂ ਰਹਿਣਾ ਸ਼ੁਰੂ ਕਰਤਾ। ਮੇਰੇ ਨਜ਼ਦੀਕ ਹੀ ਪੜ੍ਹ ਲਿਖ ਕੇ ਨੌਕਰੀ ਦੇ ਵਿੱਚ ਆ ਕੇ ਜਸਪਾਲ ਦਾ ਜਦੋਂ ਸ਼ਾਦੀ ਵੀ ਹੋ ਗਈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਇਹਨਾਂ ਨੇ ਸਾਡੇ ਕੋਲ ਇੱਥੇ ਨਜ਼ਦੀਕ ਹੀ ਆਪਣਾ ਰਹਿਣ ਸਿਆ ਗੁਰਜੰਟ ਸਿੰਘ ਦਾ ਸੁਭਾਅ ਇਹ ਮੈਂ ਕੁੱਤੀ ਬਣਾਈ ਤੇ ਇਸ ਨੂੰ ਨਹੀਂ ਕਰਦਾ। ਮੈਂ ਕਹਿੰਦਾ ਮੈਂ ਬਹੁਤ ਜ਼ਿਆਦਾ ਵਿਚਾਰਾ ਕਰਕੇ ਉਸ ਤਰ੍ਹਾਂ ਦੀ ਭਾਸ਼ਾ ਸੁਣਦਾ ਔਰ ਮੇਰੇ ਮਨ ਵਿੱਚ ਲੱਗਦਾ ਕਿ ਇਹਨੂੰ ਬਹੁਤ ਜੀਵਨ ਸਾਥ ਮਿਲਿਆ ਤੇ ਉਹ ਜੀਵਨ ਸਾਥ ਦੇ ਵਿੱਚ ਅੱਗੇ ਮੈਨੂੰ ਲੱਗਦਾ ਕਿ ਉਹ ਲੋਕਾਂ ਦੇ ਵੀ ਬਣਾਏ ਉਹਨਾਂ ਅੱਖਾਂ ਦੇ ਵਿੱਚ ਵੀ ਮੇਰੇ ਨਾਲ ਹੋ ਕੇ ਮਦਦ ਕਰਦੇ। ਉਸ ਤੋਂ ਬਾਅਦ ਜਦ ਮੈਂ ਨਾਲ ਜਿਵੇਂ ਤੋਂ ਮੰਚ ਤੇ ਭੈਣ ਨੇ ਦੱਸਿਆ ਤੇ ਮੇਰਾ ਜਿਹੜਾ ਪੜ੍ਹਨ ਦਾ ਸੁਭਾਅ ਸੀ, ਮੈਂ ਸਕੂਲ ਦੇ ਵਿੱਚ ਜਾਂਦਾ ਜਦ ਮੇਰੀ ਕੋਈ ਕਿਤਾਬ ਆਉਂਦੀ ਤਾਂ ਮੈਂ ਸਭ ਤੋਂ ਪਹਿਲਾਂ ਜਿਵੇਂ ਆਪਣੇ ਨਾ ਜਦੋਂ ਕੋਈ ਫਸਲ ਆਉਂਦੀ ਹੈ ਜਾਂ ਮੱਝ ਸੁਣਦੀ ਹੈ, ਡੋਲੂ ਲੈ ਕੇ ਦੁੱਧਾ ਜਾਂਦੇ ਆ, ਉਸ ਸਕੂਲ ਦੇ ਚਰਨਾਂ 'ਚ ਮੈਂ ਅਰਪਣ ਕਰਦਾ ਸੀ। ਤਾਂ ਉੱਥੇ ਜਸਪਾਲ ਹੁੰਦੇ ਤੇ ਇਹਨੇ ਮੇਰੇ ਨਾਲ ਵੀ ਵੱਧ ਖੁਸ਼ੀ ਮਨਾਉਣੀ ਤੇ ਇਹਨੇ ਆਪਣੇ ਸਟਾਫ ਨੂੰ ਇਕੱਠੇ ਕਰ ਲੈਣਾ, ਫੋਟੋ ਖਿਚਵਾਉਣੀ। ਮੇਰਾ ਖਿਆਲ ਹੈ ਉਹਦੇ ਵਿੱਚ ਅਥਾਹ ਖੁਸ਼ੀ ਹੁੰਦੀ ਸੀ ਤੇ ਕਈ ਵਾਰੀ ਨਹੀਂ ਇਹਦੇ ਸੁਭਾਅ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਹੋ ਚੁੱਕਾ ਸੀ ਤੇ ਉਸੇ ਤਰ੍ਹਾਂ ਦੀਆਂ ਗੱਲਾਂ ਮੈਨੂੰ ਅੱਜ ਵੀ ਮੇਰੇ ਅੰਦਰ ਘੁੰਮ ਰਹੀਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਫ਼ ਹੋਈ ਮੁਹੱਬਤ ਹੈ ਜਿਹੜੀ ਕਿ ਹਰ ਬੰਦੇ ਨੂੰ ਆਪਣਾ ਬਣਾਉਣ ਦੀ ਸਮਰੱਥਾ ਰੱਖਦੀ ਤੇ ਇਸੇ ਤਰ੍ਹਾਂ ਬਹੁਤ ਜਦੋਂ ਗੱਲਾਂ ਚੁੱਕਦੇ ਇਸ ਸੁਭਾਅ ਦੀ ਬਹੁਤ ਹੈ, ਧਾਰਮਿਕ ਬਹੁਤ ਹੈ ਖਿਆਲਾਂ ਦੀ। ਇੱਕ ਵਾਰ ਮੈਂ ਪਿਛਲੀ ਵਾਰੀ ਇੱਥੇ ਸਾਡੇ ਕਿਸਾਨ ਸੰਘਰਸ਼ ਜਦੋਂ ਚੱਲ ਰਿਹਾ ਸੀ ਤਾਂ ਇਨਸਾਨ ਨੇ ਜਿਨ੍ਹਾਂ ਨੂੰ ਰੋਟੀ ਤੋਂ ਵੀ ਜਿਹੜੇ ਆਦਰ ਨੇ ਇਹ ਉੱਥੇ ਬੈਠੀ ਉਹਨਾਂ ਨੂੰ ਲੰਗਰ ਛਕਾ ਰਹੀ ਸੀ ਤੇ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਇਸ ਤਰ੍ਹਾਂ ਦੇ ਜਿਹੜਾ ਸੁਭਾਅ ਜਸਪਾਲ ਵਾਲੇ ਮੇਰੇ ਮਨ ਦੇ ਵਿੱਚ ਘੁੰਮਦੀਆਂ ਨੇ ਇਸ ਤਰ੍ਹਾਂ ਦੇ ਸਵਾਲੀਆਂ ਕਰਨਾ, ਇਸ ਤਰ੍ਹਾਂ ਦੇ ਨਾਲ ਜੀਵਨ ਮੈਨੂੰ ਬਹੁਤ ਚੰਗੇ ਲੱਗਦੇ ਨੇ। ਜਦੋਂ ਤੱਕ ਗੁਰਬਾਣੀ ਦੀ ਗੱਲ ਹੈ, ਜਦੋਂ ਮੈਂ ਇਹ ਗੱਲ ਕਰਦਾ ਤਾਂ ਉਹ ਇਹ ਕਹਿੰਦੇ ਹੁੰਦੇ ਵੀ ਭਾਵੇਂ ਕਾਬਲ ਹੋਵੇ ਸੁਣਦਾ ਹੋਵੇ ਜੇ ਉਹਨਾਂ ਦੇ ਪਾਸ ਦਾ ਉਹ ਮੈਂ ਉਹਦੇ ਕੋਲ ਮੈਨੂੰ ਮਹਿਸੂਸ ਹੁੰਦਾ ਕਿ ਜਦ ਮੈਂ ਗੁਰਬਾਣੀ ਨਾਲ ਸ਼ਾਦੀ ਕੀਤੀ ਤਾਂ ਮੈਂ ਉਸੇ ਵਕਤ ਹੀ ਆਪਣਾ ਜਿਹੜਾ ਆਪਣੇ ਵਾਲਾ ਦਰਬਾਰ ਸੀ ਉਸ ਦਾ ਨੂੰ ਪ੍ਰਾਪਤ ਕੀਤਾ ਤੇ ਮੈਂ ਕਦੇ ਕੁਝ ਨਹੀਂ ਕੀਤਾ।
जगह पे मैं जाऊँ प्रेम ने जैसे पढ़ाई काम में बच्चों को पढ़ाया बताया रिटायरमेंट की गल कर रही सी तो साडे कोले बैठी गल्लां करन लगी कि मैं तो वीर जी हुण ना वो ड्राइविंग स्कूल वाले नूं भी कहता तो मैं हुण ड्राइविंग सीखनी है तो मैं सारा दिन घरे थोड़ा बैठी रहूँगी। गुरजंट ने नौकरी करनी है, उन्हें 5 बजे घर आना तो मैं सारा दिन विहली बैठी घर का काम ना करा तो फिर उसका की फायदा होया। तो सारी चीज़ वस्तु हुण मैं लेके आया करूँगी। इस तरह के जिहड़े एक सुभाव की मालक जसपाल वास्ते मेरी दिली मुबारक, बहुत बहुत मेहरबानी। धन्यवाद सर। जिन्नी शिद्दत नाल सर नूं तुसीं सुनिया है, मैनूं नहीं लगता कि मैनूं इन्हां दी तारीफ दे विच कुछ बोलण की ज़रूरत है। अपनी तारीफ ये आप ने। सो समा साडा उड़दा जा रहा है, साडे कोल करन लई काफ़ी काम है हजे, तो बहुता समा वेस्ट ना करते हुए, क्योंकि जे समा कटना तो मैं अपना ही कटूँगी। एक शेयर जरूर अर्ज है, मैडम जी ध्यान देना। तेरे वल्लों आउण सदा ठंडियां हवावां, तेरे वल्लों आउण सदा ठंडियां हवावां, साडी रब अगे इहो अरदास है। पता नहीं भविख सानू किहो जिहा होना, पता नहीं भविख सानू किहो जिहा होना, माण मत्ता तेरे नाल इतिहास है, माण मत्ता तेरे नाल इतिहास है। सो इसे माण मत्ते इतिहास की गवाही जिहड़ी भरनगे, इस माण मत्ते इतिहास के प्रतखदर्शी जिन्होंने लम्मा समा मैडम जी नाल बतौर स्कूल मुखी काम किया है, सेवा निभाई है। सो मेरी मुराद साडे बड़े ही सत्कारयोग, बड़े सुघड़ सियाणे अते निपुण प्रबंधक वजों जाने जाते मानयोग श्री दर्शन कुमार जी जोगा, जो इस समय सरकारी सैकेंडरी स्कूल अतला कलां विखे सेवा निभा रहे हैं। मैं उन्होंने बड़ा ही निघा सद्दा देवांगी स्टेज पे कि सर स्टेज पे आउण ते अपनियां यादां अपने तजर्बे मैडम जी नाल साझे करन। श्री दर्शन कुमार जी। हाँ जी, अज साड़ी भैन जसपाल कौर की विदायगी समारोह के साढ़े इस मुख्य मेहमान मैडम देसी जिंदल जी, प्रिंसीपल सरकारी सैकेंडरी स्कूल जोगा लड़के, लेडीज एंड जेंट्स स्टाफ जोगा लड़के, सारा स्टाफ सरकारी हाई स्कूल रड़ डीसी दफ्तर के कर्मचारी साहबान, साढ़े स्कूल के रिटायर हुए अध्यापक श्री कुलविंदर सिंह डी साहब, मेरे साथी पुराने श्री कमल सिंह जी, श्री गणेश सिंह नेत्रा, श्री दो कुमार जी, होर दोनों परिवारों के रिश्तेदार अरे पनाल में बैठे हुए सारे दोस्तों, मैं सब तो पहला अपने वालों आप सब का इतने पहुँचने की जी आया कहना और सारे का धन्यवाद। मैडम जसपाल जी नाल साडा बहुत परिवारक रिश्ता, परिवारक संबंध ने साड़ी भैन बड़ी जोगे स्कूल 1991 आई, 1991 बने सारे मैडम भी इन्हों के नाल आई। चलो 2001 मैं भी इन्हों के नाल सेवा निभाई है। श्री जगदीश सिंह जी इन्हों के भरा मेरे नाल अगले काम करते रहे, वो भी रिटायर हो चुके हैं। उन्होंने परिवार भी वो भी रिटायर हो चुके हैं सारे जगदीश सिंह जी, उन्होंने भी असी विदायगी पार्टी बहुत बढ़िया ढंग नाल करी सी। तो अज इस विदायगी पार्टी के साडे मुख्य मेहमान मैडम जसपाल कौर ने, असी इन्हां दा ही तजर्बा साझा करना। मेरे नाल तकरीबन ये 15 साल स्कूल में रही। 1991 सर्विस आई, 30/4/2022 में रिटायर हो चुके हैं। 30-31 साल एक स्कूल के सेवा निभाई इन्होंने। सेवा बहुत वड्डी होंदी है। इन्हों का मन से मैं पूछ लिया था मैडम मैं इत्थे रहोगे तुसीं तो बदली कराओगे, कहते ना वीर जी मैं तो इत्थे ही रिटायर हूँ। इन्हों का पहले दिन ही मन से कि मैं इस स्कूल में रिटायर होवां। एक संस्था के 30-31 साल लाने एक थां से बहुत वड्डी प्राप्ति होंदी है।
ਬਹੁਤ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ ਤੇ ਇਹ ਇੱਕ ਲਗਨ ਹੁੰਦੀ ਆ। ਇਹਨਾਂ ਦਾ ਸਕੂਲ ਨਾਲ ਰਿਸ਼ਤਾ ਜਿਹੜਾ ਬਹੁਤ ਹੀ ਪੁਰਾਣਾ ਰਿਸ਼ਤਾ, ਦੋਨੇ ਸਕੂਲਾਂ ਦੇ ਨਾਲ, ਸਾਡੇ ਪਿੰਡ ਵਾਸੀਆਂ ਦੇ ਨਾਲ, ਪਿੰਡ ਦੇ ਲੋਕਾਂ ਦੇ ਨਾਲ ਇਹਨਾਂ ਦਾ ਬਹੁਤ ਵਧੀਆ ਨਿੱਘਾ ਰਿਸ਼ਤਾ ਹੈਗਾ। ਮੈਡਮ ਜਸਪਾਲ ਕੌਰ ਜੀ ਦੀ ਇਸ ਵਿਦਾਇਗੀ ਪਾਰਟੀ ਦੇ ਉੱਤੇ ਮੈਂ ਅੱਜ ਇਹਨਾਂ ਨੂੰ ਦਿਲੋਂ ਵਧਾਈ ਦਿੰਦਾ ਗਾ। ਜਿਹਨੇ ਯਾਰ ਦੋਸਤ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਗਾ। ਮੈਡਮ ਜਸਪਾਲ ਕੌਰ ਜੀ ਸਕੂਲ ਦੇ ਵਿੱਚ ਇਕੱਲੇ ਲਾਇਬ੍ਰੇਰੀਅਨ ਨਹੀਂ ਸੀ, ਠੀਕ ਹੈ, ਲਾਇਬ੍ਰੇਰੀ ਦੀ ਪੋਸਟ ਭਰੀ ਹੋਈ ਸੀ, ਇਹ ਹੈਗੇ ਸੀ। ਸਕੂਲ ਦੇ ਵਿੱਚ ਟੀਚਰਾਂ ਦੀਆਂ ਪੋਸਟਾਂ ਬਹੁਤ ਖਾਲੀ ਸੀ, ਕਲਰਕ ਸਕੂਲ ਵਿੱਚ ਹੈ ਨਹੀਂ ਸੀ। ਮੈਂ ਤਕਰੀਬਨ 12 ਸਾਲ ਇੰਚਾਰਜ DDO, ਇੰਚਾਰਜ ਪ੍ਰਿੰਸੀਪਲ ਅਤੇ DDO ਰਿਹਾ। ਇੱਕ ਹੈੱਡ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਮੇਰੇ ਨਾਲ ਇਹ ਤਕਰੀਬਨ 12 ਸਾਲ ਹੀ ਸਹਿਯੋਗ ਦਿੰਦੇ ਰਹੇ। 12 ਸਾਲ ਹੀ ਮੇਰੇ ਨਾਲ ਕੰਮ ਕਰਵਾਉਂਦੇ ਰਹੇ। ਲਾਇਬ੍ਰੇਰੀ ਦੀ ਡਿਊਟੀ ਵੀ ਕਰਨੀ ਇਹਨਾਂ ਨੇ, ਐਜ ਏ ਕਲਰਕ ਵੀ ਆ ਕੇ ਪੂਰਾ ਸਹਿਯੋਗ ਮੇਰੇ ਨਾਲ ਇਹਨਾਂ ਨੇ ਕਰਨਾ। ਉਸ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਸੀ ਕਿ ਉੱਥੇ ਟੀਚਰਾਂ ਦੀ ਵੀ ਘਾਟ ਸੀ ਸਕੂਲ ਦੇ ਵਿੱਚ, ਫਿਰ ਇਹਨਾਂ ਨੂੰ ਇੱਕ ਜਾਂ 2 ਵਿਸ਼ੇ ਵੀ ਦੇ ਦਿੱਤੇ। ਸੋ ਇੱਕ ਲਾਇਬ੍ਰੇਰੀਅਨ ਹੀ ਨਹੀਂ, ਇੱਕ ਕਲਰਕ ਦੇ ਤੌਰ 'ਤੇ, ਇੱਕ ਟੀਚਰ ਦੇ ਤੌਰ 'ਤੇ ਵੀ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ। ਸਕੂਲ ਦੀ ਤਰੱਕੀ ਲਈ ਬਹੁਤ ਹੀ ਵਧੀਆ ਇਹਨਾਂ ਨੇ ਮੂਹਰੇ ਹੋ ਕੇ, ਅੱਗੇ ਹੋ ਕੇ ਰੋਲ ਅਦਾ ਕੀਤਾ। ਸੋ ਅੱਜ ਰਿਟਾਇਰਮੈਂਟ ਦਿੰਦੇ ਹੋਏ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਰੱਬ ਅੱਗੇ ਹੀ ਦੁਆ ਕਰਦੇ ਹਾਂ ਕਿ ਹੋਰ ਤਰੱਕੀ ਕਰਨ, ਰੱਬ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ। ਇਹਨਾਂ ਦੇ 2 ਬੇਟੇ ਹਰਮਨ ਅਤੇ ਕਰਨ ਚਾਹੇ ਦੋਨੇ ਬਾਹਰ ਨੇ, ਉਹ ਆਪਣੀ ਪੜ੍ਹਾਈ ਕਰ ਰਹੇ ਨੇ। ਸੋ ਉਹ ਵੀ ਆਪੋ ਆਪਣੀ ਤਰੱਕੀ ਕਰਨ, ਅੱਗੇ ਵਧਣ। ਅਤੇ ਮੈਂ ਅੰਤ ਦੇ ਵਿੱਚ ਅਖੀਰ ਦੇ ਵਿੱਚ ਆਪਣੇ ਵੱਲੋਂ ਮੈਡਮ ਜਸਪਾਲ ਕੌਰ ਜੀ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਅਤੇ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਇਹ ਦਿਨ ਦੁਗਣੇ ਤੇ ਰਾਤ ਚੌਗੁਣੀ ਤਰੱਕੀ ਕਰ। ਧੰਨਵਾਦ ਸਰ। ਸੋ ਸਾਰੇ ਹੀ ਬੁਲਾਰੇ ਸਾਡੀ ਗੁਜ਼ਾਰਿਸ਼ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਬਹੁਤਾ ਸਮਾਂ ਸਾਡਾ ਨਹੀਂ ਲੈ ਰਹੇ ਤਾਂ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਬੋਲਣ ਵਾਲੇ ਨੂੰ ਤਾਂ ਸਟੇਜ ਹੈ ਜਿਹੜੀ ਉਹ ਚਾਹੀਦੀ ਹੁੰਦੀ ਹੈ, ਲੇਕਿਨ ਆਪਣੀਆਂ ਕਈ ਜਣਿਆਂ ਦੀਆਂ ਵਿੱਚੋਂ ਮਜਬੂਰੀਆਂ ਵੀ ਹੁੰਦੀਆਂ, ਪ੍ਰੋਗਰਾਮ ਵੀ ਅਟੈਂਡ ਕਰਨਾ, ਜਾਣਾ ਵੀ ਹੈ। ਸੋ ਇੱਕ ਸ਼ੇਅਰ ਅਰਜ਼ ਹੈ, ਉਸ ਤੋਂ ਬਾਅਦ ਸਾਡਾ ਅਗਲਾ ਬੁਲਾਰਾ ਅਸੀਂ ਸਟੇਜ 'ਤੇ ਇਨਵਾਈਟ ਕਰਾਂਗੇ। ਚੱਲ ਪਾਤਰ ਹੁਣ ਢੂੰਡਣ ਚੱਲੀਏ, ਭੁੱਲੀਆਂ ਹੋਈਆਂ ਥਾਵਾਂ ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ। ਗੱਡੀ ਚੜ੍ਹਨ ਦੀ ਕਾਹਲ ਬੜੀ ਸੀ, ਗੱਡੀ ਚੜ੍ਹਨ ਦੀ ਕਾਹਲ ਬੜੀ ਸੀ, ਕੀ ਕੁਝ ਰਹਿ ਗਿਆ ਪਿੱਛੇ, ਪਲਾਂ ਛਿਣਾਂ ਵਿੱਚ ਛੱਡ ਆਏ ਸਾਂ ਯੁਗਾਂ ਯੁਗਾਂ ਦੀਆਂ ਥਾਵਾਂ, ਯੁਗਾਂ ਯੁਗਾਂ ਦੀਆਂ ਥਾਵਾਂ। ਅਤੇ 31 ਸਾਲ ਦੀ ਸਰਵਿਸ ਮੈਡਮ ਦੀ ਯੁਗਾਂ ਦੀਆਂ ਥਾਵਾਂ ਤੋਂ ਘੱਟ ਨਹੀਂ। ਅਤੇ 31 ਸਾਲ ਦੀ ਸਰਵਿਸ ਤੋਂ ਬਾਅਦ ਕੱਲ੍ਹ ਅਚਨਚੇਤ ਜਿਹਾ ਲੱਗਦਾ ਵੀ ਪਲ ਦੇ ਵਿੱਚ ਸਕੂਲ ਛੱਡ ਵੀ ਦਿੱਤਾ। ਸਵੇਰੇ ਇਹਨਾਂ ਨੇ ਸਾਡੇ ਨਾਲ ਆ ਕੇ ਹਾਜ਼ਰੀ ਨਹੀਂ ਲਾਉਣੀ। ਸੋ ਗੱਲਾਂ ਬੜੀਆਂ ਨੇ ਮਨ ਦੇ ਵਿੱਚ ਕਿ ਕਰੀ ਜਾਈਏ, ਪਰ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਸਾਡੇ ਅਗਲੇ ਬੁਲਾਰੇ, ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ਇੰਗਲਿਸ਼ ਲੈਕਚਰਰ, ਜਿਹੜੇ ਕਿ ਮੈਡਮ ਦੇ ਗੁਆਂਢੀ ਵੀ ਨੇ, ਮੈਡਮ ਦੇ ਪਰਿਵਾਰਕ ਮਿੱਤਰ ਵੀ ਨੇ, ਕਿਉਂਕਿ ਕਹਿੰਦੇ ਹੁੰਦੇ ਆ ਨਾ ਵੀ ਕੋਲੀਗਸ ਬੋਲ ਲਏ, ਪਰਿਵਾਰ ਦਾ ਬੰਦਾ ਬੋਲ ਲਏ, ਜਿੰਨਾ ਚਿਰ ਗੁਆਂਢ ਦਾ ਬੰਦਾ ਨਹੀਂ ਨਾ ਸੱਚੀਆਂ ਗੱਲਾਂ ਦੱਸਦਾ, ਉਹਨਾਂ ਚਿਰ ਆਪਾਂ ਨੂੰ ਐਂ ਲੱਗਦਾ ਵੀ ਹਾਂ ਇਹ ਤਾਂ ਵੈਸੇ ਹੀ ਤਾਰੀਫ ਹੋ ਰਹੀ ਹੈ। ਬਈ ਜਦੋਂ ਗੁਆਂਢ 'ਚੋਂ ਵੀ ਤਾਰੀਫ ਹੋ ਜਾਏ ਫਿਰ ਪ੍ਰਸ਼ੰਸਾ ਜਿਹੜੀ ਹੈ ਪੂਰਨ ਹੋਊਗੀ। ਸੋ ਮੈਡਮ ਦੇ ਬੜੇ ਹੀ ਪਿਆਰੇ ਪਰਿਵਾਰਕ ਮਿੱਤਰ, ਸਾਡੇ ਸਾਰਿਆਂ ਦੇ ਬਹੁਤ ਹੀ ਸਨਮਾਨਯੋਗ ਪਰਸਨੈਲਿਟੀ, ਜਿਨ੍ਹਾਂ ਨੂੰ ਵੇਖਿਆ ਮੈਂ ਅੱਜ ਹੈ ਪਰ ਮੈਂ ਜਾਣਦੀ ਪਹਿਲਾਂ ਤੋਂ, ਮੈਂ ਬਹੁਤ ਇਹਨਾਂ ਦਾ ਨਾਮ ਸੁਣਿਆ। ਸੋ ਮੈਂ ਬੜੇ ਹੀ ਮਾਣ ਨਾਲ, ਬੜੇ ਹੀ ਆਦਰ ਨਾਲ ਸਟੇਜ 'ਤੇ ਇਨਵਾਈਟ ਕਰਾਂਗੀ ਸਾਡੇ ਮਾਨਯੋਗ ਸਰਦਾਰ ਹਰਬੰਸ ਸਿੰਘ ਜੀ, ਰਿਟਾਇਰਡ ਇੰਗਲਿਸ਼ ਲੈਕਚਰਰ, ਕਿ ਉਹ ਵੀ ਸਟੇਜ 'ਤੇ ਆਉਣ ਅਤੇ ਆਪਣੀ ਵਡਮੁੱਲੇ ਗਿਆਨ ਦੇ ਸਾਗਰ ਦੇ ਵਿੱਚੋਂ ਮੈਡਮ ਜਸਪਾਲ ਜੀ ਬਾਰੇ ਆਪਣੇ ਤਜਰਬੇ ਸਾਂਝੇ ਕਰਨ। ਮਾਨਯੋਗ ਹਰਬੰਸ ਸਿੰਘ ਜੀ।
ਦੇ ਮੁੱਖ ਕੇਂਦਰ ਬਿੰਦੂ ਭੈਣ ਜਸਪਾਲ, ਜਿਨ੍ਹਾਂ ਦੀ 30 ਅਪ੍ਰੈਲ 2022 ਨੂੰ ਰਿਟਾਇਰਮੈਂਟ ਹੋ ਚੁੱਕੀ ਹੈ, ਤੇ ਉਹਨਾਂ ਦੇ ਪੇਕਾ ਪਰਿਵਾਰ ਤੇ ਸਹੁਰਾ ਪਰਿਵਾਰ ਤੇ ਹੋਰ ਨੇੜਲੇ ਜਿੰਨੇ ਵੀ ਹਨ ਇੱਥੇ ਪਹੁੰਚੇ ਹੋਏ ਹੈ। ਬਹੁਤ ਕੁਝ ਅਸੀਂ ਜਾਣਦੇ ਵੀ ਹੁੰਦੇ ਹਾਂ, ਪਰ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਬੁਲਾਰਿਆਂ ਤੋਂ ਸਾਨੂੰ ਕੋਈ ਨਾ ਕੋਈ ਉਹਨਾਂ ਦੀ ਸ਼ਖਸੀਅਤ ਦਾ ਨਵਾਂ ਕੋਈ ਪਹਿਲੂ ਮਿਲਦਾ ਹੈ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਉਹਨਾਂ ਨੇ ਆਪਣੀ ਜਿਹੜੀ ਸਰਵਿਸ ਹੈ ਨਿਰਵਿਘਨ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਕੀਤੀ ਹੈ। 31 ਸਾਲ ਤੋਂ ਵੱਧ ਦੀ ਸੇਵਾ ਉਹਨਾਂ ਦੀ ਹੈਗੀ ਹੈ। ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਦੂਸਰੀ ਗੱਲ ਮੈਂ ਇਹ ਕਹਿਣਾ ਵੀ ਉਹ ਕਰਮਾਂ ਵਾਲੇ ਨੇ, ਕਰਮਾਂ ਵਾਲੇ ਰਿਟਾਇਰ ਹੁੰਦੇ ਨੇ। ਬੜੀ ਦੁਨੀਆ ਸਾਡੇ ਨਾਲ ਦੇ ਬੜੇ ਸਾਥੀ ਇਹੋ ਜਿਹੇ ਜਿਹੜੇ ਕਈ ਵਾਰੀ ਸਰਵਿਸ ਦੇ ਦੌਰਾਨ ਸਾਡੇ ਨਾਲ ਇਹ ਗੱਲਾਂ ਕਰਦੇ ਹੁੰਦੇ ਵੀ ਯਾਰ ਰਿਟਾਇਰ ਹੋ ਕੇ ਕੀ ਕਰਾਂਗੇ। ਸਾਡੇ ਇਹੋ ਜਿਹੇ ਸਾਥੀ ਸੀ, ਅਸੀਂ ਰਿਟਾਇਰ ਹੋ ਕੇ ਆਹ ਕਰਾਂਗੇ ਉਹ ਕਰਾਂਗੇ, ਪਰੰਤੂ ਉਹ ਆਪਣੀ ਸਰਵਿਸ ਹੀ ਨਹੀਂ ਪੂਰੀ ਕਰ ਸਕੇ। ਇਸ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਇਹ ਪੂਰੇ ਸਰਵਿਸ ਦੇ ਦੌਰਾਨ ਸਿਹਤਮੰਦ ਨੇ, ਅੱਛੀ ਸਿਹਤ ਲੈ ਕੇ ਜਿਹੜੇ ਹੈ ਉਹ ਰਿਟਾਇਰ ਹੋ ਰਹੇ ਨੇ। ਬੇਸ਼ੱਕ ਅਸੀਂ ਜਦੋਂ ਰਿਟਾਇਰਮੈਂਟ ਦੇ ਦੌਰਾਨ ਕਿਸੇ ਸਬਜੈਕਟ ਦੀ ਗੱਲ ਕਰਦੇ ਹਾਂ ਵੀ ਇਹ ਮੈਥ ਦੀ ਪੋਸਟ ਤੋਂ ਜਾਂ ਇਹਨਾਂ ਦਾ ਸਬਜੈਕਟ ਮੈਥ ਸੀ ਜਾਂ ਆਹ ਸੀ, ਇਹਨਾਂ ਸਬਜੈਕਟਾਂ ਦਾ ਸਿਲੇਬਸ ਬੜਾ ਲਿਮਟਿਡ ਹੁੰਦਾ। ਇੱਕ ਸਾਲ ਦੇ ਵਿੱਚ ਅਸੀਂ ਉਹ ਲਿਮਟਿਡ ਸਿਲੇਬਸ ਜਿਹੜਾ ਕਵਰ ਕਰਨਾ ਹੁੰਦਾ, ਬੱਚੇ ਨੇ ਉਹ ਪੜ੍ਹਨਾ ਹੁੰਦਾ, ਪਰੰਤੂ ਇਹ ਇੱਕ ਸੀਮਿਤ ਨੌਲੇਜ ਹੈ, ਸੀਮਿਤ ਗਿਆਨ ਹੈ। ਅਸਲੀ ਗਿਆਨ ਤਾਂ ਜਿੰਨਾ ਚਿਰ ਬੱਚਾ ਲਾਇਬ੍ਰੇਰੀ ਨਾਲ ਅਟੈਚ ਨਹੀਂ ਹੁੰਦਾ ਤਾਂ ਉਸ ਨੂੰ ਬਹੁਤ ਸਾਰਾ ਗਿਆਨ ਇਕੱਲੇ ਸਬਜੈਕਟਾਂ 'ਚੋਂ ਨਹੀਂ ਮਿਲ ਸਕਦਾ। ਅੱਜ ਬੜੀ ਘਾਟ ਹੈ, ਸਾਡੇ ਬੱਚੇ ਨਹੀਂ ਜੁੜੇ ਹੋਏ ਲਾਇਬ੍ਰੇਰੀ ਨਾਲ। ਲਾਇਬ੍ਰੇਰੀ 'ਚ ਅਖਬਾਰ ਆਉਂਦੇ ਹੈ, ਜੇ ਬੱਚਿਆਂ ਨੂੰ ਪੁੱਛ ਲਓ ਗਵਰਨਰ ਕੌਣ ਹੈ, ਦੇਸ਼ ਦਾ ਰਾਸ਼ਟਰਪਤੀ ਕੌਣ ਹੈ, ਚੀਫ ਜਸਟਿਸ ਆਫ ਇੰਡੀਆ ਕੌਣ ਹੈ, ਜਮਾਂ ਨਹੀਂ ਦੱਸ ਸਕਦੇ। ਜਦੋਂ ਕੰਪੀਟੀਸ਼ਨ ਆਉਂਦੇ ਆ ਫਿਰ ਕਿਤਾਬਾਂ ਲੈ ਲੈਂਦੇ, ਰੱਟਾ ਲਾਉਂਦੇ ਆ। ਮੈਂ ਕਹਿੰਦਾ ਜੇ ਪਹਿਲੇ ਹੀ ਅਟੈਚ ਹੋਵੇ ਬੰਦਾ ਲਾਇਬ੍ਰੇਰੀ ਦੇ ਨਾਲ ਤਾਂ ਉਹਨਾਂ ਨੂੰ ਇਹ ਗੱਲਾਂ ਯਾਦ ਕਰਨ ਦੀ ਲੋੜ ਹੀ ਨਹੀਂ ਪੈਂਦੀ। ਲਾਇਬ੍ਰੇਰੀ ਹੋਰ ਸਬਜੈਕਟਾਂ ਦੇ ਨਾਲ ਨਾਲ ਇੱਕ ਸਕੂਲ ਦਾ, ਇੱਕ ਇੰਸਟੀਚਿਊਸ਼ਨ ਦਾ ਬਹੁਤ ਜ਼ਰੂਰੀ ਅੰਗ ਹੈ। ਹੁਣ ਸਿਸਟਮ ਇਹੋ ਜਿਹਾ ਹੋ ਗਿਆ, ਬਿਜ਼ਨਸ ਬਣ ਗਈ ਐਜੂਕੇਸ਼ਨ। ਕੀ ਹੋ ਗਿਆ, ਮੈਂ ਪ੍ਰਾਈਵੇਟ ਸਕੂਲ ਦਾ ਵੀ ਤਜਰਬਾ ਵੇਖ ਲਿਆ। ਸਰਕਾਰੀ ਦੀ ਤਾਂ ਮੇਰੀ ਸਰਵਿਸ ਹੈਗੀ ਹੈ ਤੇ ਪ੍ਰਾਈਵੇਟ ਸਕੂਲ ਦਾ ਵੀ ਤਜਰਬਾ ਦੇਖ ਲਿਆ। ਉਹਨਾਂ ਸਕੂਲਾਂ 'ਚ ਵੀ ਇੰਨੀਆਂ ਘਾਟਾਂ ਨੇ, ਸਿਰਫ ਜ਼ੋਰ ਕਾਸਤੇ ਹੈ ਸਿਲੇਬਸ ਵਾਲੇ ਜਿਹੜਾ ਐਜੂਕੇਸ਼ਨ ਆ ਉਸ 'ਤੇ ਹੀ ਹੈ। ਬਾਕੀ ਤਾਂ ਉਹੀ ਲਾ ਦਿੰਦੇ ਹੈ, ਨਾ ਲਾਇਬ੍ਰੇਰੀ ਨਾ ਲੈਬੋਰਟਰੀ। ਇੱਥੋਂ ਤੱਕ ਕਿ ਕਈ ਪੋਸਟਾਂ ਐਸੀਆਂ ਨੇ ਜਿਵੇਂ ਡਰਾਇੰਗ ਮਾਸਟਰ ਦੀ ਪੋਸਟ ਹੈ, ਇਹਨੂੰ ਬੜਾ ਉਹੀ ਜੇ ਨਮੂਨਾ ਜਿਹਾ ਸਮਝਦੇ ਆ। ਜੇ ਇੱਕ ਬੱਚਾ ਡਰਾਇੰਗ ਪੜ੍ਹਦਾ ਤਾਂ ਉਹਦਾ ਮੈਥ ਦੇ ਵਿੱਚ ਵੀ ਹੱਥ ਚੰਗਾ ਹੁੰਦਾ, ਸਾਇੰਸ ਦੇ ਵਿੱਚ ਵੀ ਹੱਥ ਚੰਗਾ ਹੁੰਦਾ, ਸਮਾਜਿਕ ਸਿੱਖਿਆ ਭੂਗੋਲ ਦੇ ਵਿੱਚ ਵੀ ਹੱਥ ਚੰਗਾ ਹੁੰਦਾ। ਬੜੀਆਂ ਘਾਟਾਂ ਨੇ ਸਰਕਾਰੀ 'ਚ ਵੀ ਤੇ ਪ੍ਰਾਈਵੇਟ 'ਚ ਵੀ। ਔਰ ਸਰਕਾਰੀ ਦੇ ਵਿੱਚ ਵੀ ਲਾਇਬ੍ਰੇਰੀ ਹੁੰਦੀ ਹੈ, ਇਨਐਕਟਿਵ ਹੁੰਦੀ ਹੈ। ਬੱਚਿਆਂ ਨੂੰ ਕੋਈ ਉਤਸ਼ਾਹ ਨਹੀਂ ਕਿ ਕਿਤਾਬਾਂ ਲੈ ਕੇ ਜਾਣੀਆਂ ਨੇ। ਲਾਇਬ੍ਰੇਰੀਅਨ ਨਹੀਂ ਹਨ, ਬੜੀਆਂ ਪੋਸਟਾਂ ਖਾਲੀ ਪਈਆਂ ਨੇ। ਐਜੂਕੇਸ਼ਨ ਦਾ ਸਾਡਾ ਪੱਠਾ ਬੈਠ ਗਿਆ। ਪਰੰਤੂ
ਜੋਗੇ ਦੇ ਵਿੱਚ ਜਿਸ ਸਰਦਾਰ ਜਗੀਰ ਸਿੰਘ ਜੀ ਜੋਗਾ ਵਰਗੇ ਐਸੇ ਲੀਡਰ ਹੋਏ ਹੈ ਕਿ ਨੇੜੇ ਤੇੜੇ ਸਿਰਫ ਜੋਗੇ 'ਚ ਹੀ ਕੁੜੀਆਂ ਦਾ 10ਵੀਂ ਦਾ ਸਕੂਲ ਤੇ ਮੁੰਡਿਆਂ ਦਾ ਸਕੂਲ ਹੁੰਦਾ ਸੀ। ਹਸਪਤਾਲ ਹੁੰਦੇ ਸੀ ਦੋਨੇ ਕਿਸਮ ਦੇ, ਬੰਦਿਆਂ ਦੇ ਔਰ ਪਸ਼ੂਆਂ ਦੇ। ਬੜੀ ਤਰੱਕੀ ਕੀਤੀ ਹੈ ਜੋਗਾ ਜੀ ਦੀ ਅਗਵਾਈ 'ਚ ਜੋਗਾ ਨੇ। ਤੇ ਮੈਨੂੰ ਐ ਲੱਗਦਾ ਵੀ ਆਲੇ ਦੁਆਲੇ ਦੇ ਜਿੰਨੇ ਪਿੰਡ ਸੀ ਸਾਰਿਆਂ ਦੇ ਵਿੱਚ ਜੋਗੇ ਦੇ ਟੀਚਰ, ਬੀਜੀ ਮੁਲਾਜ਼ਮ ਤੇ ਉਸ ਤੋਂ ਬਾਅਦ ਤਾਂ ਮੈਡੀਕਲ ਲਾਈਨ ਦੇ ਵਿੱਚ, ਇੰਜੀਨੀਅਰ ਲਾਈਨ ਦੇ ਵਿੱਚ ਵੱਡੇ ਵੱਡੇ ਅਫਸਰ ਹੋਏ ਨੇ। ਔਰ ਦਰਸ਼ਨ ਜੋਗਾ ਜੀ ਤੋਂ ਪਤਾ ਲੱਗਦਾ ਹੈ ਸਾਹਿਤਕਾਰ ਵੀ ਬਹੁਤ ਉੱਪਰ ਰਹੇ। ਬੜਾ ਵੱਡਾ ਪਿਛੋਕੜ ਹੈ ਜੋਗਾ। ਇਹੋ ਜਿਹੇ ਪਿੰਡ ਦੇ ਵਿੱਚ ਪੈਦਾ ਹੋਣ ਦਾ ਫਾਇਦਾ ਇਹ ਹੋਇਆ ਕਿ ਜਸਪਾਲ ਭੈਣ ਜੀ ਵਰਗੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਐਜੂਕੇਸ਼ਨ ਉੱਥੋਂ ਪ੍ਰਾਪਤ ਕੀਤੀ ਹੈ ਔਰ ਸਫਲਤਾ ਦੀਆਂ ਪੌੜੀਆਂ ਤੇ ਚੜ੍ਹੇ ਨੇ। ਔਰ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਜੋਗੇ ਪਿੰਡ ਦੀਆਂ ਲੜਕੀਆਂ ਜਿਹੜੀਆਂ ਸਰਵਿਸ ਕਰ ਰਹੀਆਂ ਨੇ, ਜੈਂਟਸ ਸਰਵਿਸ ਕਰ ਰਹੇ ਨੇ। ਜੋਗੇ ਦੀ ਬਹੁਤ ਵੱਡੀ ਦੇਣ ਹੈ ਆਲੇ ਦੁਆਲੇ ਦੇ ਵਿੱਚ। ਜਸਪਾਲ ਭੈਣ ਜੀ ਸਾਡੇ ਗੁਆਂਢੀ ਵੀ ਨੇ। ਦਰਸ਼ਨ ਜੋਗਾ ਜੀ ਕਹਿੰਦੇ ਸੀਗੇ, ਕਹਿੰਦੇ ਵੀ ਸਾਡੇ ਨਾਲ ਬਹੁਤ ਹੈ। ਮੈਨੂੰ ਐ ਲੱਗਦਾ ਹੈ ਵੀ ਜਿਹੜਾ ਵੀ ਕੋਈ ਜੋਗੇ ਦਾ ਬੰਦਾ ਹਰ ਇੱਕ ਐ ਸੋਚਦਾ ਵੀ ਸਾਡੇ ਨਾਲ ਜ਼ਿਆਦਾ ਹੈ, ਦੂਜਿਆਂ ਨਾਲ ਸ਼ਾਇਦ ਇੰਨੀ ਨਾ ਹੋਵੇ। ਇਹਨਾਂ ਦੇ ਸਾਰਿਆਂ ਨਾਲ ਹੀ ਬਹੁਤ ਜ਼ਿਆਦਾ ਹੈ। ਬੜਾ ਇਹਨਾਂ ਦਾ ਇੱਜ਼ਤ ਮਾਣ ਹੈ। ਆਪਣੇ ਸਾਰੇ ਜੋਗੇ ਦੇ ਜਿੰਨੇ ਕੋਈ ਬੈਠੇ ਸਾਰਿਆਂ ਦੇ ਪਰਿਵਾਰਾਂ 'ਚ ਬੜਾ ਇਹਨਾਂ ਦਾ ਇੱਜ਼ਤ ਮਾਣ ਹੈ। ਇਹਨਾਂ ਨੂੰ ਵੀ ਚਾਅ ਚੜ੍ਹ ਜਾਂਦਾ ਜਦੋਂ ਕਦੇ ਜਾਈਏ ਘਰੇ। ਬਹੁਤ ਵਧੀਆ ਸੁਭਾਅ ਹੈ। ਮੈਂ ਤਾਂ ਇੱਥੋਂ ਤੱਕ ਇਹਨਾਂ ਦੇ ਸਿਸਟਰ ਕਿਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਜਾਣਦਾ, ਬਹੁਤ ਵਧੀਆ ਸੁਭਾਅ ਦੇ ਨੇ, ਬੜੇ ਠਹਿਰੇ ਹੋਏ ਸੁਭਾਅ ਦੇ ਨੇ, ਧੀਰਜ ਵਾਲੇ ਨੇ, ਸਾਰੇ ਬੜੀ ਸਮਝ ਵਾਲੇ ਨੇ। ਇਹੋ ਪਰਿਵਾਰ ਦੇ ਵਿੱਚ ਹੋਣਾ ਬੜੀ ਮਾਣ ਵਾਲੀ ਗੱਲ ਹੈ। ਔਰ ਦੁੱਖ ਦੇ ਸੁੱਖ ਦੇ ਬੜਾ ਸਾਥ ਦੇਣ ਵਾਲੇ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਹਾਂ ਇੱਕ ਚੀਜ਼ ਦੀ ਘਾਟ ਜ਼ਰੂਰ ਰੜਕ ਰਹੀ ਹੈ, ਉਹ ਇਹ ਹੈ ਵੀ ਬੱਚੇ ਅੱਜ ਬੜੀ ਦੂਰ ਬੈਠੇ ਇਹਨਾਂ ਤੋਂ। ਹਰਮਨ ਤੇ ਕਰਨ ਬੜੇ ਦੂਰ ਬੈਠੇ, ਉਹਨਾਂ ਨੂੰ ਬੜੀ ਯਾਦ ਆਉਂਦੀ ਹੋਣੀ ਹੈ। ਸਰਵਿਸਾਂ ਸਾਡੇ ਚੋਂ ਕਿੰਨੇ ਸਾਰਿਆਂ ਨੇ ਕੀਤੀਆਂ ਨੇ ਜਾਂ ਕਰਕੇ ਰਿਟਾਇਰ ਹੋਣ ਤੇ ਸਾਨੂੰ ਪਿਛਲੀਆਂ ਗੱਲਾਂ ਬੜੀਆਂ ਯਾਦ ਆਉਂਦੀਆਂ ਨੇ, ਠੰਡੀਆਂ ਮਿੱਠੀਆਂ ਯਾਦਾਂ ਯਾਦ ਆਉਂਦੀਆਂ ਨੇ। ਤੇ ਅੱਜ ਭਾਵੇਂ ਮੈਂ ਕੋਈ ਬਹੁਤਾ ਗਾਉਣ ਵਾਲੇ ਪਾਸੇ ਮੇਰਾ ਨਹੀਂ ਹੈ ਇਹੋ ਜਿਹੀ ਆਵਾਜ਼, ਪਰ ਮੈਂ ਉਹਨਾਂ ਬੱਚਿਆਂ ਵਾਸਤੇ ਉਹਨਾਂ ਨੂੰ ਕੀ ਕੁਝ ਯਾਦ ਆਉਂਦਾ ਹੋ, ਮੈਂ ਕੁਝ ਲੈਣਾ ਗਾ ਕੇ ਤੁਹਾਨੂੰ ਸੁਣਾਉਣਾ। ਪਤਾ ਨਹੀਂ ਕਿਹਦੀ ਕਿਹੋ ਜਿਹਾ ਮੈਂ ਗਾਊਂਗਾ। ਤੇ ਉਹ ਦੂਰ ਬੈਠੇ ਜਿਹੜੇ ਬੱਚੇ ਹੈ ਉਹਨਾਂ ਦੀਆਂ ਯਾਦਾਂ ਇੱਥੇ ਹਰ ਇੱਕ ਚੀਜ਼ ਨਾਲ ਜੁੜੀਆਂ ਹੋਈਆਂ ਨੇ, ਮਾਂ ਪਿਓ ਨਾਲ ਜੁੜੀਆਂ ਹੋਈਆਂ ਨੇ। ਤੇ ਜੇ ਮੈਥੋਂ ਵਧੀਆ ਨਾ ਗਾਇਆ ਗਿਆ ਤਾਂ ਇਹ ਗੱਲ ਜ਼ਰੂਰ ਮੈਂ ਤੁਹਾਨੂੰ ਕਹਿਣਾ ਵੀ ਇਹਦੇ ਜਿਹੜੇ ਸ਼ਬਦ ਨੇ ਉਹ ਬੜੇ ਪ੍ਰਭਾਵਸ਼ਾਲੀ ਹੈ, ਜੇ ਧਿਆਨ ਨਾਲ ਸੁਣੋ। ਖਾਲੀ ਖੂਹਾਂ ਖੇਤਾਂ ਦੇ ਵਿੱਚ ਮੌਣ ਕੋਲ ਰੋ ਕੇ ਆਇਆ, ਖਾਲੀ ਖੜੇ ਮੰਜਿਆਂ ਦੀਆਂ ਕਰ ਦੌਣਾ ਕੋਲ ਰੋ ਕੇ ਆਇਆ। ਦੇਖਣ ਨੂੰ ਉਂਝ ਤਾਂ ਵਸਿਓ ਬਾਣ ਦੀਆਂ ਰੱਸੀਆਂ ਸੀ, ਚੁੰਮ ਚੁੰਮ ਕੇ ਰੋਇਆ ਮੇਰੇ ਬਾਪੂ ਨੇ ਵਟੀਆਂ ਸੀ। ਆਖਰੀ ਵਾਰ ਮੇਰੇ ਬਾਪੂ ਨੇ ਪੱਟੀਆਂ ਸੀ, ਮੈਂ ਦੌਣਾ ਕੋਲ ਰੋ ਕੇ ਆਇਆ। ਦਿਲ ਕੀਤਾ ਟੱਠਿਆ ਚੌਂਕਾ ਲਿਪਦੇ ਮਾਂ ਕਰਕੇ ਖਾਣੀ, ਦਿਲ ਕੀਤਾ ਟੱਠਿਆ ਚੌਂਕਾ ਲਿਪਦੇ ਮਾਂ ਕਰਕੇ ਕਹਾਣੀ। ਅੱਧ ਟੁੱਟੀ ਨੁੱਕਰ ਦੇ ਵਿੱਚ ਬੇਬੇ ਦੀ ਦੇਖ ਮਦਾਨੀ, ਦਿਲ ਕੀਤਾ ਟੱਠਿਆ ਚੌਂਕਾ
ਲਿਪ ਦੇਵਾਂ ਕਰਕੇ ਕਹਾਣੀ। ਅਧ ਟੁੱਟੀ ਨੁੱਕਰ ਦੇ ਵਿੱਚ ਬੇਬੇ ਦੀ ਦੇਖ ਮਦਾਣੀ, ਚੇਤੇ ਆਈ ਉਮਰ ਨਿਆਣੀ। ਦਿੰਦੀ ਰਹੀ ਰਿੜਕ ਜਿਹਦੇ ਨਾਲ ਮੱਖਣ ਤੇ ਲੱਸੀਆਂ ਸੀ, ਆਖਰੀ ਵਾਰ ਮੇਰੇ ਬਾਪੂ ਨੇ ਕਸੀਆਂ ਸੀ। ਮੈਂ ਗਾਉਣਾ ਕੋਲ ਰੋ ਕੇ ਆਇਆ, ਉਹਦੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ। ਉਹਦੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ। ਲੱਗਿਆ ਮੈਨੂੰ ਉਹਦੇ ਵਰਗਾ, ਭੱਜ ਕੇ ਮੈਂ ਜੱਫਾ ਪਾਇਆ। ਉਹਦੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ। ਲੱਗਿਆ ਮੈਨੂੰ ਉਹਦੇ ਵਰਗਾ, ਭੱਜ ਕੇ ਮੈਂ ਜੱਫਾ ਪਾਇਆ। ਤੂੰ ਬਾਪੂ ਦਾ ਸਾਥ ਨਿਭਾਇਆ, ਤੂੰ ਬਾਪੂ ਦਾ ਸਾਥ ਨਿਭਾਇਆ। ਰੁੱਤਾਂ ਜਦ ਤੱਤੀਆਂ ਸੀ, ਕਿੰਨੀਆਂ ਦੁਪਹਿਰਾਂ ਇੱਥੇ ਬਾਪੂ ਨੇ ਕੱਟੀਆਂ ਸੀ। ਮੈਂ ਪੌਣਾ ਕੋਲ ਹੋ ਕੇ ਆਇਆ। ਮੁੜਨਾ ਸੀ ਪਿੰਡ ਤੂੰ ਆਪਣੇ, ਕਿਹੜੇ ਘਰ ਮੁੜ ਗਿਆ ਬਾਪੂ। ਮੁੜਨਾ ਸੀ ਪਿੰਡ ਤੂੰ ਆਪਣੇ, ਕਿਹੜੇ ਘਰ ਮੁੜ ਗਿਆ ਬਾਪੂ। ਸਾਡੇ ਲਈ ਤਾਣੇ ਬੁਣਦਾ ਤੋ ਤੁਰ ਗਿਆ ਬਾਪੂ। ਮੁੜਨਾ ਸੀ ਪਿੰਡ ਤੂੰ ਆਪਣੇ, ਕਿਹੜੇ ਘਰ ਮੁੜ ਗਿਆ ਬਾਪੂ। ਸਾਡੇ ਲਈ ਤਾਣੇ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ। ਠੰਡਾ ਸੀ ਬਰਫ਼ ਦੇ ਵਰਗਾ, ਛੇਤੀ ਹੀ ਖੁਰ ਗਿਆ ਬਾਪੂ। ਲੈ ਗਿਆ ਪੀੜਾ ਨਾਲ ਹੀ, ਲੈ ਗਿਆ ਪੀੜਾ ਨਾਲ ਹੀ। ਪੁੱਛੀਆਂ ਨਾ ਦਸੀਆਂ ਸੀ, ਆਖਰੀ ਵਾਰ ਮੇਰੇ ਬਾਪੂ ਨੇ ਕਸੀਆਂ ਸੀ। ਮੈਂ ਦੌਣਾ ਕੋਲ ਹੋ ਕੇ ਆਇਆ, ਪੌਣਾ ਕੋਲ ਹੋ ਕੇ ਆਇਆ, ਮੌਣਾ ਕੋਲ ਹੋ ਕੇ ਆਇਆ। ਇਹ ਗੀਤ ਦੇ ਵਿੱਚ ਮੈਨੂੰ ਬਾਰ-ਬਾਰ ਉਹਦੇ ਹਰਮਨ ਤੇ ਕਰਨ ਯਾਦ ਰਹੇ ਸੀ ਵੀ ਉਹ ਹੁੰਦੇ, ਉਹ ਵੀ ਕਿੰਨਾ ਇੰਜੋਏ ਕਰਦੇ। ਚਲੋ ਉਹਨਾਂ ਲਈ ਇਹ ਇੱਥੋਂ ਸ਼ਾਇਦ ਕੁਛ ਨਾ ਕੁਛ ਬਣਾ ਕੇ ਪਿਕਚਰ ਵਗੈਰਾ ਭੇਜਣਗੇ, ਯਾਦਾਂ ਰਹਿ ਜਾਣਗੀਆਂ। ਪਰ ਇੱਕ ਗੱਲ ਭੈਣ ਜੀ ਨੂੰ ਕਹਿਣਾ ਵੀ ਤੁਹਾਡੇ 3 ਘਰ ਬਣ ਗਏ ਹੁਣ। ਇੱਕ ਘਰ ਤਾਂ ਇੱਥੇ ਹੀ ਹੈ, ਇੱਕ ਨਿਊਜ਼ੀਲੈਂਡ ਬਣ ਗਿਆ, ਇੱਕ ਕੈਨੇਡਾ ਬਣ ਗਿਆ। ਜਿੱਥੇ ਜੀ ਕਰਦਾ ਹੋਇਆ ਉੱਥੇ ਘੁੰਮਾਇਆ ਕਰੋ ਹੁਣ। ਔਰ ਚਾਹੇ ਕਿੰਨੇ ਪੈਸਾ ਹੋ ਜੇ, ਸਾਡੇ ਕੋਲੇ ਕਿੰਨਾ ਕੁਛ ਹੋਵੇ, ਆਪਾਂ ਤੋਂ ਨੇੜੇ ਤੇੜੇ ਨਹੀਂ ਕਿਤੇ ਜਾਇਆ ਜਾਂਦਾ। ਪਰ ਬੱਚੇ ਤੁਹਾਨੂੰ ਇਹ ਕੰਟਰੀ ਜ਼ਰੂਰ ਦਿਖਾ ਦੇਣਗੇ। ਸੁੱਖ ਰੱਖੇ, ਛੇਤੀ ਹੁਣ ਵਿਆਹਣ ਯੋਗ ਨੇ। ਹਰਮਨ PR ਹੋ ਗਿਆ, ਵਿਆਹ ਦੇ ਯੋਗ ਹੈ। ਸਟੇਜ ਤੋਂ ਹੀ ਮੈਂ ਸਿਫਾਰਿਸ਼ ਕਰਦਾ, ਭਾਈ ਕੋਈ ਢੁਕਮਾ ਜਿਹੜਾ ਹੈ ਬਾਹਰ ਲੱਭੋ ਸਾਰੇ ਜਾਣੇ ਉਹਦੇ ਵਾਸਤੇ। ਛੋਟੇ ਨੂੰ ਟਾਈਮ ਦਿਓ ਹੋ ਜੇ, ਤੇ ਜਦ ਕੋਈ ਬੱਚਾ ਹੋ ਜਾਂਦਾ ਤਾਂ ਜ਼ਰੂਰ ਬੱਚਿਆਂ ਨੂੰ ਲੋੜ ਪੈਂਦੀ ਹੈ ਮਾਤਾਵਾਂ ਦੀ, ਕਿਉਂਕਿ ਬੱਚਾ ਸੰਭਾਲਣ ਵਾਸਤੇ ਉੱਧਰ ਜਿਹੜੇ ਹੈ ਉਹੋ ਜਿਹੀ ਗੱਲ ਨਹੀਂ ਬਣਦੀ, ਮਹਿੰਗੇ ਪੈਂਦੇ ਹੈ। ਤਾਂ ਫਿਰ ਸੱਸ ਜਾਂ ਦੋਨਾਂ ਪਾਸਿਓਂ ਲੇਡੀ ਦੀ ਜਿਹੜੀਆਂ ਨੇ ਉਹ ਬਾਰ-ਬਾਰ ਸਾਲ 6 ਮਹੀਨੇ ਉੱਥੇ ਲਾ ਕੇ ਆਉਂਦੀਆਂ, ਨਾਲੇ ਬੱਚਾ ਸੰਭਾਲ ਆਉਂਦੀਆਂ ਨੇ ਤੇ ਨਾਲੇ ਜਿਹੜਾ ਹੈ ਸ਼ਾਇਰ ਕਰ ਆਉਂਦੀਆਂ ਨੇ। ਮੈਂ ਅਖੀਰ ਦੇ ਵਿੱਚ ਫੇਰ ਭੈਣ ਜੀ ਨੂੰ ਜਿਹੜਾ ਹੈ ਵਧਾਈ ਦਿੰਦਾ ਵੀ ਬਹੁਤ ਵਧੀਆ ਸਿਹਤ ਦੇ ਨਾਲ ਤੁਸੀਂ ਰਿਟਾਇਰ ਹੋ ਰਹੇ ਹੋ, ਔਰ ਉਮਰ ਤੁਹਾਡੀ ਲੰਮੀ ਕਰੇ ਪਰਮਾਤਮਾ, ਔਰ ਸਿਹਤਯਾਬ ਰਹੋ ਤੁਸੀਂ। ਤੇ ਹੋਰ ਵੀ ਜਿਵੇਂ ਹੁਣ ਇਹਨਾਂ ਦੀ ਐਜੂਕੇਸ਼ਨ ਹੈ MLiv ਤੱਕ ਕਰ ਗਏ, ਇਹਨਾਂ ਨੂੰ ਤਾਂ D.Liv ਦੀ ਲੋੜ ਸੀ, ਲਾਇਬ੍ਰੇਰੀਅਨ ਲੱਗ ਗਏ, B.Liv ਕੀਤਾ, MLiv ਕੀਤਾ। ਇਹ ਕਾਲਜਾਂ 'ਚ ਵੀ ਜਾ ਸਕਦੇ ਸੀ। ਸਾਡੇ ਇੰਡੀਆ ਦੇ ਵਿੱਚ ਮੌਕੇ ਇਹ ਵੀ ਨਹੀਂ, ਜਾਂ ਸਾਡੀ ਇੰਟੈਲੀਜੈਂਸੀ ਕਿਉਂ ਬਾਹਰ ਜਾ ਰਹੀ ਹੈ, ਇਸੇ ਕਰਕੇ ਬੱਚਿਆਂ ਨੂੰ ਬਾਹਰ ਤੋਰਨਾ ਪਿਆ। ਬਾਹਰ ਸਾਨੂੰ ਰੋਟੀ ਵੀ ਮਿਲਦੀ ਹੈ, ਸਹੂਲਤਾਂ ਵੀ ਮਿਲਦੀਆਂ ਨੇ। ਇੱਥੇ ਪੈਸਾ ਹੁੰਦੇ ਹੋਏ ਵੀ ਅਸੀਂ ਉਹੋ ਜਿਹੀਆਂ ਸਹੂਲਤਾਂ ਨਹੀਂ ਲੈ ਸਕਦੇ ਜਿਹੜੇ ਸਾਡੇ ਬੱਚੇ ਬਾਹਰ ਰਹਿੰਦੇ ਉਹ ਲੈ ਰਹੇ ਨੇ। ਫਿਰ ਭੈਣ ਜੀ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾ।
ਧੰਨਵਾਦ। ਦੇਖੋ ਕਿੰਨੇ ਖੂਬਸੂਰਤ ਸ਼ਬਦਾਂ ਨੂੰ ਬਿਆਨ ਕਰਨ ਵਾਲੇ ਬੁਲਾਰੇ ਅੱਜ ਸਾਡੇ ਦਰਮਿਆਨ ਤਸ਼ਰੀਫ ਲਿਆਏ ਨੇ। ਜਿੰਨੇ ਵੀ ਬੁਲਾਰੇ ਅਸੀਂ ਪੇਸ਼ ਕੀਤੇ ਹਰ ਇੱਕ ਕੋਲ ਵੱਖਰੀਆਂ ਗੱਲਾਂ ਨੇ, ਵੱਖਰੇ ਅਲਫਾਜ਼ ਨੇ। ਕਿੰਨੀ ਪਿਆਰੀ ਗੱਲ ਇਹ ਲੈ ਕੇ ਆਏ ਕਿ ਕਰਮਾਂ ਵਾਲੇ ਨੇ ਜਸਪਾਲ ਮੈਡਮ, ਕਿਉਂਕਿ ਰਿਟਾਇਰਮੈਂਟ ਵੀ ਹਰ ਇੱਕ ਦੀ ਕਿਸਮਤ ਦੇ ਵਿੱਚ ਨਹੀਂ ਹੁੰਦੀ। ਅੱਜ ਕੱਲ੍ਹ ਦੀ ਜਿਹੜੀ ਸਟ੍ਰੈਸਫੁਲ ਲਾਈਫ ਹੈ, ਵਾਕਈ ਇਹ ਗੱਲ ਬਿਲਕੁਲ 100% ਸਹੀ ਹੈ। ਸੋ ਮੈਂ ਸਮਾਂ ਨਹੀਂ ਲਵਾਂਗੀ। ਸਾਡੇ ਬਹੁਤ ਸਾਰੇ ਗੈਸਟ ਨੂੰ ਕੁਝ ਰੁਝੇਵੇਂ ਵੀ ਨੇ, ਉਹਨਾਂ ਨੇ ਜਾਣਾ ਵੀ ਹੈ। ਸੋ ਸਾਡੇ ਕੋਲ ਇੱਕ ਬੁਲਾਰਾ ਅਸੀਂ ਆਪਣਾ ਹੋਰ ਪੇਸ਼ ਕਰਨਾ ਹੈ ਔਰ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਹੈ ਮੈਡਮ ਜੀ ਦੇ ਸਨਮਾਨ ਦੀ ਮੇਨ ਸੈਰੇਮਨੀ ਹੈ ਉਹ ਸ਼ੁਰੂ ਕਰ ਦਿਆਂਗੇ ਜੀ, ਕਿਉਂਕਿ ਜਦੋਂ ਸਨਮਾਨ ਸੈਰੇਮਨੀ ਹੋਗੀ ਤਾਂ ਸਾਡੇ ਜਿਹੜੇ ਗੈਸਟ ਨੇ ਉਹ ਫ੍ਰੀ ਹੋ ਜਾਣਗੇ। ਸੋ ਆਪੋ ਆਪਣੇ ਸਮੇਂ ਅਨੁਸਾਰ ਅਗਰ ਕਿਸੇ ਨੇ ਜਾਣਾ ਹੋਏਗਾ, ਰੁਖਸਤੀ ਲੈਣਾ ਚਾਹੁੰਦਾ ਹੋਏਗਾ ਤਾਂ ਉਹ ਜਾ ਸਕੇਗਾ। ਬਾਕੀ ਪ੍ਰੋਗਰਾਮ ਆਪਣਾ ਕੰਟੀਨਿਊ ਚੱਲਦਾ ਰਹੂਗਾ। ਸੋ ਇੱਕ ਬੁਲਾਰੇ ਤੋਂ ਬਾਅਦ ਆਪਾਂ ਸ਼ੁਰੂਆਤ ਕਰ ਦੇਣੀ ਹੈ ਮੈਡਮ ਜੀ ਦੇ ਸਨਮਾਨ ਦੀ। ਸੋ ਆਪਾਂ ਪਿੰਡ ਜੋਗੇ ਦੀ ਤਾਰੀਫ ਕੀਤੀ ਹੈ, ਬੜਾ ਖੂਬਸੂਰਤ ਪਿੰਡ ਹੈ। ਉੱਥੋਂ ਆਪਾਂ ਬੁਲਾਰੇ ਵੀ ਬੁਲਾ ਲਏ ਤੇ ਫਿਰ ਮੈਡਮ ਹੱਸਣਗੇ ਵੀ ਪਹਿਲਾਂ ਕਹਿੰਦੀ ਸੀ ਵੀ ਗੁਆਂਢੀਆਂ ਤੋਂ ਪਤਾ ਕਰਨਾ ਚਾਹੀਦਾ, ਫਿਰ ਹੁਣ ਇੰਝ ਲੱਗਦਾ ਵੀ ਸਾਰੇ ਜੋਗੇ ਵਾਲੇ ਹੀ ਬੋਲ ਗਏ। ਕੋਈ ਜੋਗੇ ਪੜ੍ਹਾਉਂਦਾ ਹੈ, ਠੀਕ ਹੈ, ਕੋਈ ਜੋਗੇ ਰਹਿੰਦਾ ਹੈ, ਕੋਈ ਜੋਗੇ ਦਾ ਜੰਪਲ ਹੈ। ਸੋ ਕਿਸੇ ਹੋਰ ਪਿੰਡ ਦਾ ਬੁਲਾਰਾ ਵੀ ਹੋਣਾ ਚਾਹੀਦਾ। ਸੋ ਮੇਰੇ ਆਪਦੇ ਪਿੰਡ ਦੇ ਵਿੱਚ ਵੀ, ਮੇਰਾ ਪਿੰਡ ਵੀ ਬੜਾ ਮਾਨਾ ਮੱਤਾ, ਮਾਨਸਾ ਦੀ ਬਿਲਕੁਲ ਬੱਖੀ ਦੇ ਨਾਲ ਲੱਗਦਾ ਸਾਡਾ ਮਾਨ ਮੱਤਾ ਪਿੰਡ ਖੋਖਰ ਕਲਾਂ, ਜਿੱਥੋਂ ਦੀ ਮੈਂ ਧੀ ਹਾਂ। ਅਤੇ ਉਸ ਖੋਖਰ ਕਲਾਂ ਦੇ ਗੁਲਦਸਤੇ ਦਾ ਇੱਕ ਗੁਲਾਬ ਵੀ ਸਾਡੇ ਕੋਲ ਅੱਜ ਇੱਥੇ ਮੌਜੂਦ ਹੈ ਅਤੇ ਉਹ ਵੀ ਸੁਸਾਇਟੀ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਰੱਖਦੇ ਨੇ। ਮੈਡਮ ਜੀਆਂ ਦੇ ਪਰਿਵਾਰਕ ਮਿੱਤਰ ਫੈਮਿਲੀ ਦੇ ਵਿੱਚੋਂ ਨੇ। ਸੋ ਮੈਂ ਬੜੇ ਹੀ ਨਿਮਰਤਾ ਦੇ ਨਾਲ, ਬੜੇ ਹੀ ਆਦਰ ਦੇ ਨਾਲ ਸਟੇਜ 'ਤੇ ਇਨਵਾਈਟ ਕਰਾਂਗੀ ਮਾਨਯੋਗ ਸਰਦਾਰ ਕਰਮਜੀਤ ਸਿੰਘ ਜੀ ਸਿੱਧੂ ਨੂੰ, ਜਿਹੜੇ SDO ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਸਰਦੂਲਗੜ੍ਹ ਵਿਖੇ ਪੋਸਟਰ ਰਿਟਾਇਰਮੈਂਟ ਹੋਣ ਵਾਲੇ ਸ਼ਖਸੀਅਤ ਦੇ ਬਾਰੇ ਚਾਨਣਾ ਪਾਉਣ ਦਾ ਸਮਾਂ ਹੁੰਦਾ ਹੈ। ਪਰ ਸਾਡਾ ਸਮਾਜ ਦਾ, ਸਾਡੇ ਸੱਭਿਆਚਾਰ ਦਾ, ਸਾਡੇ ਲੋਕਾਂ ਦਾ ਸਿਸਟਮ ਇਸ ਤਰ੍ਹਾਂ ਦਾ ਬਣਿਆ ਪਿਆ ਹੈ ਵੀ 50% ਹਾਜ਼ਰੀਨ ਦਾ ਧਿਆਨ ਹੈ ਮੰਚ ਵੱਲ, 50% ਦੇ ਕੁਝ ਬੱਚੇ ਸ਼ੋਰ ਪਾ ਰਹੇ ਨੇ, ਕੁਝ ਨੂੰ ਸ਼ਕਤੀ ਵਾਟਰ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਮੈਂ ਸ਼ਰਨਜੀਤ ਨੂੰ ਕਿਹਾ ਸੀ ਬੇਟਾ ਮੈਨੂੰ ਤੁਸੀਂ ਨਾ ਬੁਲਾਓ। ਸੋ ਮੇਰਾ ਭੈਣ ਜੀ ਦੇ ਨਾਲ ਜਿਹੜਾ ਸੰਬੰਧ ਹੈ 1998 ਦੇ ਵਿੱਚ ਮੇਰੀ ਧਰਮ ਪਤਨੀ ਰਾਜਕਮਲ ਨੇ ਜੋ ਕਿ ਇਹਨਾਂ ਦੇ ਨਾਲ ਜੁਆਇਨ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ 24 ਸਾਲ ਬੀਤ ਚੁੱਕੇ ਨੇ। ਸਾਡਾ ਪਰਿਵਾਰਕ ਸੰਬੰਧ ਹੋਰ ਗੂੜਾ ਹੁੰਦਾ ਗਿਆ ਤੇ ਮੈਂ ਬੜੇ ਮਾਣ ਨਾਲ ਅੱਜ ਇੱਥੋਂ ਭੈਣ ਜੀ ਨੂੰ, ਜਿੱਥੇ ਉਹਨਾਂ ਦੀ ਬੇਦਾਗ ਸੇਵਾ ਪੂਰੀ ਕਰਨ ਤੇ ਆਪਣੀ ਬੇਦਾਗ ਸੇਵਾ ਪੂਰੀ ਕਰਨ ਉਪਰੰਤ ਰਿਟਾਇਰਮੈਂਟ ਲੈਣ ਤੇ ਸ਼ੁਭ ਕਾਮਨਾਵਾਂ ਦਿੰਦਾ, ਉੱਥੇ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਲੰਬੀ ਉਮਰ, ਚੰਗੀ ਸਿਹਤ ਤੇ ਚੜ੍ਹਦੀ ਕਲਾ ਬਖਸ਼ੇ। ਤੇ ਬੋਲਣ ਵਾਲੇ ਬੁਲਾਰਿਆਂ ਨੇ ਲਗਭਗ ਸਾਰਾ ਕੁਝ ਉਹਨਾਂ ਦੇ ਜੀਵਨ ਦੇ ਬਾਰੇ ਦੱਸ ਦਿੱਤਾ ਹੈ। ਮੈਨੂੰ ਵੀ ਜਿਹੜੀ ਸਰਵਿਸ ਹੈ ਐਜ ਏ ਜੂਨੀਅਰ ਇੰਜੀਨੀਅਰ ਡਿਪਲੋਮਾ ਬੇਸ 'ਤੇ ਮਿਲੀ ਸੀ, ਤਾਂ ਇਹਨਾਂ ਨੇ ਉਸ ਤੋਂ ਬਾਅਦ BLib MLib ਤੇ ਅੱਗੇ ਪੜ੍ਹਾਈ। ਛੋਟਾ ਜਿਹਾ ਬੱਚਾ ਕਰਨ ਗੋਦ ਸੀ ਤੇ ਉਦੋਂ ਆਈਲੈਟਸ, ਅੱਜ ਕੱਲ੍ਹ ਤਾਂ ਆਈਲੈਟਸ ਥਾਂ ਤੇ ਦੁਕਾਨਾਂ ਖੁੱਲ੍ਹ ਗਈਆਂ, ਉਦੋਂ ਚੰਡੀਗੜ੍ਹ ਤੋਂ ਕੋਚਿੰਗ ਲੈਣੀ ਪੈਂਦੀ ਸੀ। 7 ਈਚ ਲੈ ਕੇ ਉਦੋਂ ਆਈਲੈਟਸ ਵੀ ਕੱਢ ਮਾਰਿਆ। ਉਹ ਵੱਖਰੀ ਗੱਲ ਹੈ ਕਿ ਉਦੋਂ ਸਾਧਨ ਦੀ ਘਾਟ ਸੀ ਜਾਂ ਕੋਈ ਇਸ ਤਰ੍ਹਾਂ ਦਾ ਸਬੱਬ ਬਣਿਆ ਵੀ ਇਹਨਾਂ ਦੀ PR ਦੀ ਫਾਈਲ ਸਿਰੇ ਨਹੀਂ ਚੜ੍ਹ ਸਕੀ। ਤਾਂ ਇੱਕ ਮਿਹਨਤੀ ਕਿਸਮ ਦੇ ਇਨਸਾਨ ਮੈਂ ਇਹਨਾਂ ਨੂੰ ਸਮਝਦਾ। ਆਪਣੀ ਸੇਵਾ ਦੇ ਨਾਲ ਆਪਣੇ ਬੱਚਿਆਂ ਦੀ ਕਬੀਲਦਾਰੀ ਦੇ ਨਾਲ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ ਮੈਨੂੰ ਬਹੁਤ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ।
ਜਦੋਂ ਜੰਟਾ ਸਿੰਘ ਦਾ ਐਕਸੀਡੈਂਟ ਹੋਇਆ ਤਾਂ ਬੜਾ ਲੰਬਾ ਸਮਾਂ ਪਰਿਵਾਰ ਨੂੰ ਸੰਘਰਸ਼ ਕਰਨਾ ਪਿਆ, ਬੜੀ ਔਖਿਆਈ ਦੇ ਵਿੱਚੋਂ ਲੰਘਣਾ ਪਿਆ, ਪਰ ਭੈਣ ਜੀ ਨੇ ਹੌਸਲਾ ਨਹੀਂ ਹਾਰਿਆ। ਬੱਚਿਆਂ ਦੀ ਪੜ੍ਹਾਈ ਦਾ ਵੀ ਧਿਆਨ ਰੱਖਿਆ, ਬਾਈ ਜੀ ਦੀ ਸਿਹਤ ਦਾ ਵੀ ਧਿਆਨ ਰੱਖਿਆ। ਅੱਜ ਕਿਰਪਾ ਹੈ ਮਾਲਕ ਦੀ ਕਿ ਉਹ ਆਪਣੀ ਸੇਵਾ ਵਧੀਆ ਢੰਗ ਨਾਲ ਨਿਭਾ ਰਹੇ ਨੇ। ਭੈਣ ਜੀ ਦੇ ਹੌਸਲੇ ਸਦਕੇ ਹੀ ਮੈਂ ਕਹੂੰਗਾ ਕਿ ਹਮੇਸ਼ਾ ਉਹਨਾਂ ਨੂੰ ਪੋਜ਼ਿਟਿਵ ਵੇਵ ਦੇ ਵਿੱਚ ਰੱਖਿਆ, ਹੌਸਲਾ ਦੇ ਕੇ ਰੱਖਿਆ, ਕਦੇ ਡੋਲਣ ਨਹੀਂ ਦਿੱਤਾ। ਜਦੋਂ ਵੀ ਮੈਂ ਜਾਂਦਾ ਤਾਂ ਇੱਕ ਬੜੇ ਹਲੀਮੀ ਦੇ ਨਾਲ, ਕਈ ਵਾਰੀ ਗੁਰਜੰਟ ਸਿੰਘ ਤਾਂ ਘਬਰਾ ਜਾਂਦੇ ਨੇ ਮੈਂ ਦੇਖਦਾ, ਪਰ ਭੈਣ ਜੀ ਨੇ ਉਹਨਾਂ ਨੂੰ ਇੰਨੇ ਹੌਸਲੇ ਦੇ ਨਾਲ, ਇੰਨੇ ਪਿਆਰ ਦੇ ਨਾਲ, ਇੰਨੇ ਸਤਿਕਾਰ ਦੇ ਨਾਲ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਕਾਇਮ ਕਰ ਦਿੱਤਾ। ਪਰ ਜੋ ਹਾਲਾਤ ਇਹਨਾਂ ਦੇ ਐਕਸੀਡੈਂਟ ਦੇ ਸਮੇਂ ਸਨ ਉਹ ਬਹੁਤ ਬਦਤਰ ਸਨ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਦੁਬਾਰਾ ਫਿਰ ਪੂਰੇ ਪਰਿਵਾਰ ਨੂੰ ਵਧਾਈ ਦਿੰਦਾ। ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਉਣ ਵਾਲੀ ਜ਼ਿੰਦਗੀ ਸੁੱਖਾਂ ਭਰੀ, ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰ। ਔਰ ਯਾਦਾਂ ਦੀ ਪਟਾਰੀ ਮੈਂ ਅਨਾਉਂਸ ਕੀਤਾ ਸੀ ਪਹਿਲਾਂ, ਬੇਸ਼ੱਕ ਬਹੁਤੇ ਨਾਮ ਮੇਰੇ ਕੋਲ ਨਹੀਂ ਆਏ, ਔਰ ਜਾਂ ਇਹ ਕਹਿ ਲਓ ਕਿ ਸਾਡੇ ਬੁਲਾਰੇ ਐਸੇ ਨੇ ਕਿ ਥੋੜੇ ਟਾਈਮ ਨਾਲ ਉਹਨਾਂ ਦਾ ਸਰਦਾ ਨਹੀਂ। ਬੜੇ ਸਾਡੇ ਮਾਨਯੋਗ ਬੁਲਾਰੇ ਬੈਠੇ ਹੈ, ਸਰਦਾਰ ਕੁਲਦੀਪ ਸਿੰਘ ਜੀ ਬੈਠੇ ਹੈ, ਤੇ ਸਾਡੇ ਸਰਦਾਰ ਗੁਰਦੇਵ ਸਿੰਘ ਜੀ ਬੈਠੇ ਹੈ, ਸਾਡੇ ਰਿਟਾਇਰਡ ਡੀਪੀ ਸਾਹਿਬ ਬੈਠੇ ਹੈ, ਬੜੇ ਬੁਲਾਰੇ ਆ ਜਿਨ੍ਹਾਂ ਤੋਂ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਵੀ ਮਾਫੀ ਵੀ ਮੰਗਣਾ ਚਾਹੁੰਦੀ ਹੈ ਕਿ ਜੇਕਰ ਆਪਾਂ ਉਹਨਾਂ ਨੂੰ ਸਟੇਜ ਤੇ ਇਨਵਾਈਟ ਕਰੀਏ ਤੇ ਖੁੱਲ੍ਹਾ ਸਮਾਂ ਨਾ ਦੇਈਏ, ਉਹ ਵੀ ਗੱਲ ਗਲਤ ਹੋਏਗੀ। ਔਰ ਸਾਨੂੰ ਸਾਰੀ ਤਰਫ ਤੋਂ ਹੀ ਦੇਖ ਕੇ ਚੱਲਣਾ ਪੈਂਦਾ ਹੈ। ਸੋ ਸ਼ਾਰਟ ਆਪਣੇ ਕੋਲ ਸਮਾਂ ਅਜੇ ਆਪਣਾ ਮੇਨ ਸਮਾਗਮ ਸਨਮਾਨ ਦਾ ਜਿਹੜਾ ਬਾਕੀ ਹੈ। ਸੋ ਪਹਿਲਾਂ ਮੈਂ ਕਿਹਾ ਸੀ ਕਿ ਲਾਸਟ ਬੁਲਾਰੇ ਨੇ ਸਾਡੇ, ਲੇਕਿਨ ਯਾਦਾਂ ਦੀ ਪਿਟਾਰੀ ਦੇ ਵਿੱਚੋਂ ਨਿਕਲ ਕੇ ਸਾਡੇ ਇੱਕ ਬੜੇ ਪਿਆਰੇ ਮੈਡਮ ਸਾਇੰਸ ਮਿਸਟਰਸ ਪੂਜਾ ਜੀ ਮੈਨੂੰ ਆਪਣਾ ਇਸ਼ਾਰਾ ਕਰ ਗਏ ਨੇ। ਸੋ ਮੈਂ ਰਿਕੁਐਸਟ ਕਰਾਂਗੀ ਸਾਡੇ ਸਟਾਫ ਮੈਂਬਰਸ ਨੂੰ ਕਿ ਉਹ ਸਨਮਾਨ ਦੀ ਤਿਆਰੀ ਕਰ ਲੈਣ ਜਦ ਤੱਕ ਸਾਡੇ ਸਾਇੰਸ ਮਿਸਟਰਸ ਮੈਡਮ ਪੂਜਾ ਜੀ ਸੰਬੋਧਨ ਕਰਨਗੇ। ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਡਾਇਸ ਤੇ ਆਉਣ। ਮੈਡਮ ਪੂਜਾ। ਸਾਡੇ ਬਹੁਤ ਹੀ ਪਿਆਰ ਤੇ ਸਤਿਕਾਰਯੋਗ ਤੇ ਹਰਮਨ ਪਿਆਰੇ ਐਸੇ ਮੈਡਮ ਜਿਨ੍ਹਾਂ ਨੂੰ ਦੇਖ ਕੇ ਆਪਣੇ ਆਪ ਹੀ ਦਿਲੋਂ ਰਿਸਪੈਕਟ ਨਿਕਲਦੀ ਹੈ। ਰਿਸਪੈਕਟ ਇੱਕ ਅਜਿਹਾ ਨਾਮ ਹੈ ਜਿਹਨੂੰ ਦੇਣ ਦੀ ਲੋੜ ਨਹੀਂ ਪੈਂਦੀ। ਇਹ ਕਿਸੇ ਚੀਜ਼ ਦੀ ਮੁਹਤਾਜ ਨਹੀਂ ਕਿ ਜੇ ਕੋਈ ਮੰਗੂਗਾ ਫਿਰ ਮਿਲੂਗੀ। ਜਿਵੇਂ ਜਿਵੇਂ ਆਪਾਂ ਕਿਸੇ ਇਨਸਾਨ ਦੇ ਕੰਮਾਂ ਨੂੰ, ਉਸ ਦੇ ਬਿਹੇਵੀਅਰ ਨੂੰ ਦੇਖਦੇ ਹਾਂ, ਸ਼ੀਸ਼ ਆਪਣੇ ਆਪ ਹੀ ਝੁਕਦੇ ਜਾਂਦੇ ਨੇ। ਮੈਨੂੰ ਬਹੁਤਾ ਸਮਾਂ ਤਾਂ ਮੈਡਮ ਦੇ ਨਾਲ ਨਹੀਂ ਮਿਲਿਆ। ਮੇਰੀ ਜੁਲਾਈ 2018 ਦੀ ਜੁਆਇਨਿੰਗ ਹੋਈ ਸੀ, ਪਰ ਜਿੰਨਾ ਵੀ ਸਮਾਂ ਮਿਲਿਆ ਤੇ ਜਦੋਂ ਵੀ ਮੈਮ ਨਾਲ ਗੱਲਬਾਤ ਹੋਈ, ਉਹਨਾਂ ਨੇ ਇੰਨੀਆਂ ਚੰਗੀਆਂ ਨਸੀਹਤਾਂ ਦੇਣੀਆਂ ਕਿ ਦਿਲ ਖੁਸ਼ ਹੋ ਜਾਂਦਾ। ਜਿਹੜਾ ਉਹਨਾਂ ਦੇ ਲਈ ਮਨ ਦੇ ਵਿੱਚ ਆਦਰ ਮਾਣ ਹੈ ਉਹ ਰਿਸਪੈਕਟ ਤੋਂ ਬਹੁਤ ਜ਼ਿਆਦਾ ਉੱਪਰ ਹੈ। ਰਿਸਪੈਕਟ ਆਪਾਂ ਹਰ ਚੀਜ਼ ਨੂੰ ਦਿੰਦੇ ਹਾਂ, ਪਰ ਉਹਨਾਂ ਲਈ ਸਾਡੇ ਦਿਲੋਂ ਬਹੁਤ ਜ਼ਿਆਦਾ ਪਿਆਰ ਹੈ। ਪਿਆਰ ਇੱਕ ਅਜਿਹੀ ਉਪਜ ਹੈ ਜਿਹਨੂੰ ਆਪਾਂ ਉਪਜਾ ਨਹੀਂ ਸਕਦੇ। ਇਹ ਆਪਣੇ ਆਪ ਹੀ ਪੈਦਾ ਹੁੰਦੀ ਹੈ ਤੇ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡੇ ਦਿਲ 'ਚੋਂ ਇਨਸਾਨ ਕਦੋਂ ਵਸ ਗਿਆ। ਅਸੀਂ ਇੱਕ ਮੈਡਮ ਨੂੰ ਅੱਜ ਵਿਦਾਇਗੀ ਸਮਾਰੋਹ ਦੇ ਰਹੇ ਹਾਂ, ਸਿਰਫ ਸਕੂਲ ਦੇ ਵਿੱਚੋਂ, ਮਨ 'ਚੋਂ ਨਹੀਂ। ਅਸੀਂ ਮੈਡਮ ਨੂੰ ਪਰਸਨਲੀ ਕਾਲ ਕਰਦੇ ਰਹਾਂਗੇ। ਜਿਸ ਤਰ੍ਹਾਂ ਉਹ ਸਾਨੂੰ ਨਸੀਹਤਾਂ ਦਿੰਦੇ ਸੀ, ਹੁਣ ਅਸੀਂ ਫੋਨ ਤੇ ਘਰ ਜਾ ਕੇ ਕਦੋਂ ਵੀ ਲੈ ਸਕਦੇ ਹਾਂ, ਮੈਡਮ ਨੂੰ ਕਦੋਂ ਵੀ ਬੁਲਾ ਸਕਦੇ ਹਾਂ। ਇਸ ਲਈ ਮੈਮ ਸੈਂਟੀ ਕਦੇ ਵੀ ਨਹੀਂ ਹੋਣਾ ਵੀ ਤੁਸੀਂ ਜਾ ਰਹੇ ਹੋ, ਤੁਸੀਂ ਹਮੇਸ਼ਾ ਹੀ ਸਕੂਲ 'ਚੋਂ। ਤੁਹਾਡੀ ਫਸਟ ਜੁਆਇਨਿੰਗ ਬੜੀ ਖੁਸ਼ੀ ਦੀ ਗੱਲ ਹੈ ਇੱਥੇ, ਤੇ ਰਿਟਾਇਰਮੈਂਟ ਵੀ ਇੱਥੇ ਹੈ। ਬਹੁਤ ਵੱਡੀ ਜੋਬ ਹੈ ਤੁਹਾਡੀ, ਤੇ ਪਰਮਾਤਮਾ ਕਰੇ ਤੁਹਾਨੂੰ ਤੇ ਸਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ। ਪਹਿਲੀ ਗੱਲ ਹੈ ਤੁਹਾਨੂੰ ਤੰਦਰੁਸਤੀ ਮਿਲੇ, ਤੁਹਾਡੇ ਬੱਚਿਆਂ ਤਰਫੋਂ ਸਾਰੀਆਂ ਖੁਸ਼ੀਆਂ ਭਰੀਆਂ, ਸਾਨੂੰ ਵੀ ਖੁਸ਼ੀਆਂ ਦੀਆਂ ਖਬਰਾਂ ਹੀ ਆਉਣ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਪਰਿਵਾਰ ਦੀ ਖੁਸ਼ੀਆਂ ਵਿੱਚ ਸ਼ਾਮਿਲ ਹੁੰਦੇ ਰਹੀਏ। ਥੈਂਕ ਯੂ। ਸੋ ਇਹ ਸੀ ਸਾਡੇ ਬੜੇ ਪਿਆਰੇ ਪੂਜਾ ਮੈਡਮ, ਸਾਇੰਸ ਮਿਸਟਰਸ, ਸਰਕਾਰੀ ਸੈਕੰਡਰੀ ਸਕੂਲ ਲੜਕੇ ਜੋਗਾ ਤੋਂ ਬੜੀ ਭਾਵਪੂਰਨ ਜਿਹੜੀ ਹੈਗੀ ਹੈ ਤਕਰੀਰ ਸਟੇਜ ਤੋਂ ਪੇਸ਼ ਕਰਕੇ ਗਏ ਨੇ। ਯਾਦਾਂ ਦੀ ਪਿਟਾਰੀ ਦੇ ਤਹਿਤ ਸਪੈਸ਼ਲ
ਇਹਨਾਂ ਨੇ ਆਪਣਾ ਨਾਮ ਦਿੱਤਾ। ਸੋ ਮੈਂ ਬੜੀ ਥੈਂਕਫੁਲ ਹਾਂ ਸਾਰਿਆਂ ਨੂੰ, ਮੈਡਮ ਨੇ ਭਾਵੁਕ ਕਰਤਾ। ਔਰ ਇੱਕ ਸ਼ੇਅਰ ਮੇਰੇ ਜ਼ਹਿਨ ਦੇ ਵਿੱਚ ਉੱਠ ਰਿਹਾ, ਗਿਲੇ ਸ਼ਿਕਵੇ ਨੇ ਸਿਰ ਮੱਥੇ ਤੂੰ ਆਪਣੀ ਥਾਂ ਤੇ ਸੱਚਾ ਏ, ਗਿਲੇ ਸ਼ਿਕਵੇ ਨੇ ਸਿਰ ਮੱਥੇ ਤੂੰ ਆਪਣੀ ਥਾਂ ਤੇ ਸੱਚਾ ਏ, ਮਿਲਣ ਨੂੰ ਦਿਲ ਤੇ ਕਰਦਾ ਏ ਮਗਰ ਫੁਰਸਤ ਨਹੀਂ ਮਿਲਦੀ। ਪਰ ਮੈਡਮ ਤੁਸੀਂ ਇਹ ਨਹੀਂ ਕਹਿਣਾ ਵੀ ਮੈਨੂੰ ਫੁਰਸਤ ਨਹੀਂ ਮਿਲਦੀ, ਠੀਕ ਹੈ? ਫੁਰਸਤ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ। ਪੇਕਾ ਪਿੰਡ ਤੁਹਾਡਾ ਜੋਗਾ, ਜੋਗੇ ਤੁਸੀਂ ਗੀੜਾ ਮਾਰਦੇ ਰਹਿਣਾ, ਸਕੂਲ ਦੇ ਤੁਸੀਂ ਅੱਗੋਂ ਦੀ ਲੰਘਿਆ ਕਰਨਾ ਹੈ। ਤੇ ਜੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਮਿਲੇ ਬਿਨਾਂ ਲੰਘ ਗਏ ਤਾਂ ਫਿਰ ਅਸੀਂ ਗੁੱਸਾ ਵੀ ਕਰਾਂਗੇ, ਗਿਲਾ ਸ਼ਿਕਵਾ ਵੀ ਕਰਾਂਗੇ। ਸੋ ਪੂਜਾ ਮੈਡਮ ਕਹਿ ਕੇ ਗਏ ਨੇ ਕਿ ਵਿਦਾਇਗੀ ਸਿਰਫ ਸਕੂਲ ਦੇ ਵਿੱਚੋਂ ਹੈ, ਦਿਲਾਂ ਦੇ ਵਿੱਚੋਂ ਹੀ ਨਹੀਂ, ਪਰਿਵਾਰਿਕ ਤੌਰ ਤੇ ਆਪਾਂ ਸਾਰੇ ਵਰਤਦੇ ਹਾਂ, ਮਿਲਦੇ ਹਾਂ, ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਹਾਂ। ਸੋ ਸਮਾਂ ਜਿਹੜਾ ਹੈਗਾ ਸਾਡੇ ਲਈ ਇੱਕ ਇੱਕ ਮਿੰਟ ਸਹਾਈ ਹੈ। ਸੋ ਹੁਣ ਮੈਂ ਸਾਡੇ ਜਿਹੜੇ ਹੈਗੇ ਨੇ ਸਹਿਯੋਗੀ ਮੈਂਬਰ, ਜਿਨ੍ਹਾਂ ਨੂੰ ਮੇਨ ਡਿਊਟੀ ਮੈਡਮ ਰਜਿੰਦਰ ਹੋਰਾਂ ਨੂੰ ਅਸੀਂ ਲਗਾਈ ਹੈ ਸਨਮਾਨ ਸਮਾਗਮ ਦੀ ਜਿਹੜੀ ਹੈਗੀ ਹੈ ਕਾਰਵਾਈ ਜਿਹੜੀ ਸੰਪੂਰਨ ਕਰਨ ਦੀ, ਤੋ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਉਹ ਸਟੇਜ ਤੇ ਆ ਜਾਣ। ਮੈਡਮ ਰਾਜ ਕਮਲ ਜੀ ਆ ਜਾਣ, ਆਪਾਂ ਸਟੇਜ ਸੈੱਟ ਕਰਵਾ ਲਈਏ। ਸਭ ਤੋਂ ਪਹਿਲਾ ਸਨਮਾਨ ਆਪਾਂ ਸਕੂਲ ਦੇ ਵੱਲੋਂ ਮੈਡਮ ਦਾ ਕਰਨਾ ਹੈ। ਸੋ ਜੇਕਰ ਕਿਸੇ ਗੈਸਟ ਨੂੰ ਸਪੈਸ਼ਲ ਤੌਰ ਤੇ ਮੈਂ ਜੀ ਆਇਆਂ ਨਹੀਂ ਆਖ ਸਕੀ, ਕਿਉਂਕਿ ਪ੍ਰੋਗਰਾਮ ਦੇ ਚੱਲਦੇ ਪਲਾਨਿੰਗ ਕੁਝ ਹੋਰ ਹੁੰਦੀ ਹੈ, ਲੇਕਿਨ ਸਮੇਂ ਦੇ ਅਨੁਸਾਰ ਉਸ ਪਲਾਨਿੰਗ ਨੂੰ ਅਸੀਂ ਚੇਂਜ ਕਰਦੇ ਰਹਿੰਦੇ ਹਾਂ, ਤਾਂ ਖਿਮਾ ਦੇ ਜਾਚਕਾਂ ਔਰ ਸਾਰੇ ਹੀ ਗੈਸਟ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਔਰ ਯਾਦਾਂ ਦੀ ਪਟਾਰੀ ਆਪਾਂ ਚਲਦੀ ਰੱਖਾਂਗੇ। ਆਪਣਾ ਪ੍ਰੋਗਰਾਮ ਵੀ ਇਹ ਨਹੀਂ ਕਿ ਆਪਾਂ ਖਤਮ ਕਰਤਾ, ਚੱਲਦਾ ਰਹੂਗਾ, ਲੇਕਿਨ ਸਾਡੇ ਜਿਹੜੇ ਕੁਝ ਗੈਸਟ ਨੇ ਉਹਨਾਂ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਕੁਝ ਗੈਸਟ ਨੂੰ ਜ਼ਰੂਰੀ ਕੰਮ ਨੇ, ਉਹਨਾਂ ਨੇ ਜਾਣਾ ਹੈ। ਸੋ ਆਪਾਂ ਸਨਮਾਨ ਸਮਾਰੋਹ ਹੈ ਜਿਹੜਾ ਉਹ ਸ਼ੁਰੂ ਕਰਾਂਗੇ। ਗਿਫਟਸ ਮੈਡਮ ਨੂੰ ਭੇਂਟ ਕਰਨਗੇ ਗੈਸਟ ਸਾਡੇ, ਉਸ ਤੋਂ ਬਾਅਦ ਸਾਡੇ ਗੈਸਟ ਫ੍ਰੀ ਹੋ ਜਾਣਗੇ, ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ। ਸੋ ਆਪਾਂ ਹੁਣ ਸਨਮਾਨ ਸਮਾਗਮ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਉਸ ਤੋਂ ਬਾਅਦ ਆਪਾਂ ਜਿਵੇਂ ਜਿਵੇਂ ਆਪਣਾ ਪ੍ਰੋਗਰਾਮ ਸੈਟਿੰਗ ਹੁੰਦੀ ਜਾਏਗੀ ਤੁਹਾਨੂੰ ਸਟੇਜ ਤੋਂ ਦੱਸਿਆ ਜਾਏਗਾ। ਸੋ ਬਾਕੀ ਗੈਸਟ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਸਿਸਟਮ ਵਾਈਜ਼ ਅਸੀਂ ਮੈਡਮ ਦਾ ਸਨਮਾਨ ਕਰਾਉਣਾ ਹੈ ਤਾਂ ਕਿ ਹੌਚ ਪੌਚ ਨਾ ਹੋ ਜੇ ਜੀ। ਸਿਸਟਮੈਟਿਕਲੀ ਅਸੀਂ ਸਾਰਾ ਅਰੇਂਜ ਕੀਤਾ ਹੋਇਆ। ਸੋ ਆਪਾਂ ਥੋੜੀ ਜਿਹੀ ਹੋਰ ਧੀਰਜ ਰੱਖੀਏ, ਕਾਲੀ ਨਾ ਕਰੀਏ, ਸਿਸਟਮੈਟਿਕਲੀ ਆਪਾਂ ਇਹ ਜਿਹੜਾ ਹੈਗਾ ਸਨਮਾਨ ਕਰਨਾ। ਤੇ ਮੈਂ ਮੈਡਮ ਰਾਜ ਕਮਲ ਜੀ ਨੂੰ ਸਟੇਜ ਤੇ ਇੱਕ ਵਾਰ ਜ਼ਰੂਰ